ਸਤਿ ਸ਼੍ਰੀ ਅਕਾਲ ਬੱਚਿਓ। ਅੱਜ ਆਪਾਂ ਤੁਹਾਡੇ ਲਈ 2019-20 ਦੀ PSTSC ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 2019-20 ਹੱਲ ਕਰਾਂਗੇ। ਉਹਦੇ ਵਿੱਚੋਂ ਬੇਟਾ ਆਪਾਂ ਮੈਂਟਲ ਐਬਿਲਿਟੀ ਵਾਲਾ ਪਾਰਟ ਹੱਲ ਕਰਾਂਗੇ। ਸਾਇੰਸ, ਮੈਥ ਔਰ SST ਪਾਰਟ ਆ ਜਿਹੜੇ ਇਸ 2019-20 PSTSC ਦੇ ਤੁਹਾਨੂੰ ਇਸੇ ਚੈਨਲ 'ਤੇ ਮਿਲ ਜਾਣਗੇ ਅਤੇ ਉਹਨਾਂ ਦੇ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤੇ ਜਾਣਗੇ। ਉਹ ਪਹਿਲਾਂ ਹੀ ਹੱਲ ਕੀਤੇ ਜਾ ਚੁੱਕੇ ਹਨ। ਠੀਕ ਹੈ ਬੇਟਾ, ਅੱਜ ਆਪਾਂ ਇਹਦੇ ਵਿੱਚੋਂ ਮੈਂਟਲ ਐਬਿਲਿਟੀ ਰੀਜ਼ਨਿੰਗ ਵਾਲਾ ਪੋਰਸ਼ਨ ਹੱਲ ਕਰਾਂਗੇ। ਠੀਕ ਹੈ ਬੇਟਾ, ਚਲੋ ਸਟਾਰਟ ਕਰੀਏ ਫਸਟ ਕੁਐਸਚਨ ਤੋਂ। ਨਿਰਦੇਸ਼ ਕੁਐਸਚਨ ਨੰਬਰ 1 ਤੋਂ ਲੈ ਕੇ 10 ਤੱਕ ਹੇਠ ਲਿਖੇ ਪ੍ਰਸ਼ਨਾਂ ਵਿੱਚ ਅੱਖਰਾਂ ਦੀ ਇੱਕ ਲੜੀ ਦਿੱਤੀ ਗਈ ਹੈ। ਇਹਨਾਂ ਲੜੀਆਂ ਵਿੱਚ ਇੱਕ ਸਥਾਨ ਖਾਲੀ ਛੱਡਿਆ ਗਿਆ ਹੈ। ਇਸ ਸੰਬੰਧ ਨੂੰ ਧਿਆਨ ਵਿੱਚ ਰੱਖ ਕੇ ਲੜੀ ਨੂੰ ਪੂਰਾ ਕਰਨ ਲਈ ਦਿੱਤੇ ਗਏ ਉੱਤਰਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ। ਪਹਿਲਾਂ ਆਪਾਂ ਜਿਹੜੀ ਆਪਾਂ ਨੂੰ ਸੀਰੀਜ਼ ਦਿੱਤੀ ਹੈ ਉਹਨੂੰ ਆਪਾਂ ਦੇਖਾਂਗੇ ਬੇਟਾ ਵੀ ਉਹਦੇ ਵਿੱਚ ਪੈਟਰਨ ਕੀ ਬਣਦਾ ਹੈ। ਠੀਕ ਹੈ, ਬਾਅਦ ਦੇ ਵਿੱਚ ਆਪਾਂ ਦੇਖਾਂਗੇ ਵੀ ਅਗਲਾ ਅੱਗੇ ਕੀ ਆਏਗਾ। ਪਹਿਲਾਂ ਆਪਾਂ ਪੈਟਰਨ ਲੱਭਾਂਗੇ, ਫਿਰ ਆਪਾਂ ਅਗਲਾ ਅੰਕ ਲੱਭਾਂਗੇ ਵੀ ਕੀ ਆਏਗਾ। ਠੀਕ ਹੈ ਬੇਟਾ, ਆਪਾਂ ਦੇਖਦੇ ਹਾਂ ਫਿਰ ਫਸਟ ਜਿਹੜੀ ਆਪਣੇ ਕੋਲ ਸੀਰੀਜ਼ ਹੈ 0 6 24 60 120 210। ਠੀਕ ਹੈ ਬੇਟਾ, ਤਾਂ ਪਹਿਲਾਂ ਤਾਂ ਆਪਾਂ ਇਹਨਾਂ ਦੇ ਵਿੱਚ ਅੰਤਰ ਜੇ ਦੇਖੀਏ ਕਿੰਨੇ ਕਿੰਨੇ ਦਾ ਅੰਤਰ ਹੈ। ਇੱਥੇ ਜਿਹੜਾ ਅੰਤਰ ਹੈ 6 ਦਾ ਹੈ, ਅੱਗੇ ਜਿਹੜਾ ਅੰਤਰ ਹੈ ਉਹ 18 ਦਾ। ਠੀਕ ਹੈ ਬੇਟਾ, ਉਦੋਂ ਅੱਗੇ ਜਿਹੜਾ ਅੰਤਰ ਹੈ ਉਹ 36 ਦਾ ਹੈ। ਉਦੋਂ ਅੱਗੇ ਜੋ ਅੰਤਰ ਇਹਨਾਂ ਦੇ ਵਿੱਚ ਫਰਕ ਹੈਗਾ ਉਹ 60 ਦਾ ਹੈ, ਕਿਉਂਕਿ 60 ਅਤੇ 60 120 ਹੋਣਗੇ। 120 ਅਤੇ 210 ਦੇ ਵਿੱਚ ਜਿਹੜਾ ਅੰਤਰ ਹੈ ਉਹ 90 ਦਾ ਹੈ। ਮਤਲਬ ਪਹਿਲੇ ਦੋ ਅੰਕਾਂ ਦੇ ਵਿੱਚ ਜਿਹੜਾ ਫਰਕ ਹੈ ਉਹ 6 ਦਾ, ਫਿਰ 18 ਦਾ, ਫਿਰ 36 ਦਾ, ਫਿਰ 60 ਦਾ, ਫਿਰ 90 ਦਾ। ਇਹ ਆਪਾਂ ਨੂੰ ਦੇਖੋ ਐਵੇਂ ਜੇ ਦੇਖੀਏ ਤਾਂ ਕੁਛ ਪਤਾ ਨਹੀਂ ਲੱਗ ਰਿਹਾ ਵੀ ਕੀ ਕਨੈਕਸ਼ਨ ਹੈ ਇਹਨਾਂ ਦੇ ਵਿੱਚ। ਆਪਾਂ ਥੋੜ੍ਹਾ ਜਿਹਾ ਅੱਗੇ ਵੀ ਇਹਨਾਂ ਦੇ ਵਿੱਚ ਅੰਤਰ ਦੇਖ ਲੈਂਦੇ ਹਾਂ ਕੀ ਅੰਤਰ ਹੈ ਇਹਨਾਂ ਦੇ ਵਿੱਚ। ਇਹਨਾਂ ਵਿੱਚ ਅੰਤਰ ਬੇਟਾ 12 ਦਾ ਹੈ, ਇਹਨਾਂ ਦੇ ਵਿੱਚ ਅੰਤਰ 18 ਦਾ, 18 ਅਤੇ 18 36। ਇਹਨਾਂ ਵਿੱਚ ਅੰਤਰ ਹੈ ਜਿਹੜਾ ਉਹ 24 ਦਾ ਹੈ ਅਤੇ ਇਹਨਾਂ ਵਿੱਚ ਅੰਤਰ ਹੈ ਜਿਹੜਾ ਉਹ 30 ਦਾ ਹੈ। ਹੁਣ ਪਤਾ ਲੱਗ ਗਿਆ ਨਾ ਆਪਾਂ ਨੂੰ ਪੈਟਰਨ ਕੀ ਹੈ। ਮਤਲਬ ਜਿਹੜਾ ਆਪਾਂ ਅੰਤਰ ਦੇਖਿਆ ਉਹਨਾਂ ਦੇ ਵਿੱਚ ਅੰਤਰ ਕਿੰਨਾ ਹੈ, ਇੱਕ 'ਚ 12 ਹੈ, ਇੱਕ 'ਚ 18, ਇੱਕ 'ਚ 24 ਅਤੇ ਇੱਕ 'ਚ 30 ਹੈ। ਮਤਲਬ ਹੁਣ ਕਿੰਨੇ ਦਾ ਅੰਤਰ ਆਏਗਾ ਬੇਟਾ, ਅਗਲੇ ਦੇ ਵਿੱਚ 36 ਦਾ ਅੰਤਰ। ਮਤਲਬ 90 ਦੇ ਵਿੱਚ ਜੇ ਆਪਾਂ 36 ਜੋੜ ਦਈਏ ਉਹਨੇ 210 ਦੇ ਵਿੱਚ ਆਪਾਂ ਨੂੰ ਜੋੜਨੇ ਪੈਣਗੇ। 90 ਦੇ ਵਿੱਚ 36 ਜੋੜ ਲਓ, ਕਿੰਨੇ ਹੋ ਜਾਣਗੇ ਵੀ ਬੇਟਾ 90 ਦੇ ਵਿੱਚ 36 ਜੋੜ ਕੇ 126। ਤਾਂ 126 ਆਪਾਂ 210 ਦੇ ਵਿੱਚ ਅੱਗੇ ਜੋੜਨੇ ਆ, ਉਹ ਆਪਣੇ ਲਈ ਸਹੀ ਆਪਸ਼ਨ ਆਏਗੀ। ਤਾਂ 210 ਦੇ ਵਿੱਚ 126 ਜੋੜ ਦਿਓ ਤਾਂ ਕਿੰਨਾ ਹੋ ਜਾਊਗਾ 336। ਠੀਕ ਹੈ ਬੇਟਾ, ਤਾਂ ਇਹਦੇ ਲਈ 336 ਹੈ ਜਿਹੜੀ ਉਹ ਸਹੀ ਆਪਸ਼ਨ ਆਏਗੀ। ਪਹਿਲਾਂ ਤਾਂ ਆਪਾਂ ਇਹਨਾਂ ਦੇ ਵਿੱਚ ਅੰਤਰ ਦੇਖਿਆ ਸੀ। ਠੀਕ ਹੈ ਬੇਟਾ, ਪਹਿਲਾਂ ਆਪਾਂ ਇਹਨਾਂ ਦੇ ਵਿੱਚ ਅੰਤਰ ਦੇਖਿਆ 6 18 36 60 120 90 ਸੌਰੀ। ਫਿਰ ਆਪਾਂ ਇੱਥੋਂ ਆਪਾਂ ਨੂੰ ਕੋਈ ਪੈਟਰਨ ਨਹੀਂ ਲੱਭਿਆ, ਫਿਰ ਆਪਾਂ ਇਹਨਾਂ ਦੇ ਵਿੱਚ ਅੰਤਰ ਦੇਖਿਆ। ਇਹਦੇ ਵਿੱਚ 12 ਆਇਆ, ਇਹਦੇ ਵਿੱਚ 18, ਇਹਦੇ ਵਿੱਚ 24, ਇਹਦੇ ਵਿੱਚ 30। ਠੀਕ ਹੈ, ਤਾਂ ਹੁਣ ਅੱਗੇ 6 ਦੇ ਫਰਕ ਨਾਲ ਆਇਆ ਸੀ, ਅੱਗੇ 36 ਦੇ ਫਰਕ ਨਾਲ ਆਏਗਾ। ਮਤਲਬ 90 ਦੇ ਵਿੱਚ ਆਪਾਂ ਨੂੰ 36 ਹੋਰ ਜੋੜਨੇ ਪੈਣਗੇ ਤਾਂ 126 ਹੋ ਗਿਆ। 126 ਆਪਾਂ ਨੂੰ 210 ਦੇ ਵਿੱਚ ਜੋੜਨਾ ਪਵੇਗਾ। ਮਤਲਬ ਟੋਟਲ ਕਿੰਨਾ ਬਣ ਜੂਗਾ 336। ਤਾਂ ਇਹਦੇ ਲਈ ਜਿਹੜੀ ਸਹੀ ਆਪਸ਼ਨ ਬਣੇਗੀ ਉਹ ਪਹਿਲੀ ਆਪਸ਼ਨ ਬਣੇਗੀ 336। ਠੀਕ ਹੈ ਬੇਟਾ, ਅਗਲਾ ਸੀਰੀਜ਼ 4 6 12 14 28 30। ਅੱਗੇ ਆਪਾਂ ਇਹਦੇ ਲਈ ਵੀ ਦੇਖਣਾ ਵੀ ਕੀ ਕੀਤਾ ਹੋਇਆ। 4 6 12 14 28 30 ਆਪਾਂ ਦੇਖਣਾ ਵੀ ਕਿੰਨਾ। ਠੀਕ ਹੈ ਬੇਟਾ, ਆਪਾਂ ਦੇਖ ਲੈਂਦੇ ਹਾਂ। ਪਹਿਲਾਂ ਦੇਖੋ ਕਿੰਨੇ ਦਾ ਫਰਕ ਹੈ 2 ਦਾ, ਅੱਗੇ ਫਿਰ ਵੀ 4 ਅਤੇ 2 6, 6 ਅਤੇ 6 12। ਠੀਕ ਹੈ, ਉਦੋਂ ਅੱਗੇ ਕਿੰਨੇ ਦਾ ਫਰਕ ਹੈ ਵੀ 2 ਦਾ, ਫਿਰ ਕਿੰਨੇ ਦਾ ਫਰਕ ਹੈ 4 ਦਾ, ਸੌਰੀ 14 ਦਾ। 14 ਅਤੇ 14 28 ਹੋ ਗਏ ਨਾ। ਉਦੋਂ ਅੱਗੇ ਫਿਰ ਕਿੰਨੇ ਦਾ ਫਰਕ ਹੈ 2 ਦਾ। ਦੇਖੋ ਹੁਣ ਇਹਨੂੰ ਪੈਟਰਨ ਨੂੰ ਸਮਝੋ ਧਿਆਨ ਨਾਲ। ਠੀਕ ਹੈ, ਮਤਲਬ ਇੱਕ ਵਾਰੀ 2 ਦਾ ਫਰਕ ਆਉਂਦਾ, ਇੱਕ ਵਾਰੀ ਪਿਛਲਾ ਜਿਹੜਾ ਅੱਖਰ ਹੈ ਉਹ ਫਰਕ ਆਉਂਦਾ। ਠੀਕ ਹੈ, ਮਤਲਬ ਇੱਥੇ 4 ਅਤੇ 2 6, ਫਿਰ ਅੱਗੇ 6 ਜੋੜੇ 12,
फिर अगे 2 का फर्क 14, फिर 14 ही है, 14 फिर जोड़ते 28, हुण 2 का फर्क 30, हुण 30 ये होर जोड़े जाएंगे है ना। एक बारी उही पिछला अखर जोड़िया जाता, एक बारी 2 का फर्क। हुण पिछला अखर तो जोड़िया गया, 2 का फर्क तो पै गया, पिछला अखर जोड़िया जाऊ, मतलब 30 के 30 जोड़े जाएंगे, तो कितना आ जाऊगा आंसर 60 आ जाएगा। ये दूजी ऑप्शन है जी वो सही आएगी। उदू अगे अगली सीरीज़ 1 3 3 6 7 9 डैश 12 21 क्या बेटा, ये दो सीरीज़ बन रही ने, एक तो यह बन रही है 3 ते 3 6 ते 3 9 ते 3 12। देखो ये आप इस सीरीज़ का जोड़ा आप क्वेश्चन मार्क से पता करना है, वो इस लड़ी के नहीं आता, दूजी लड़ी के आता है। तो आप देख लें भी की फर्क है, 1 ते 2 3, 3 ते 4 7, देखो इतने 2 का फर्क है, इतने 4 का फर्क है, अगे किन्ने का फर्क पावे बेटा आप 6 का, ठीक है। मतलब 7 6 इतने कितना आएगा 13, तो इतने 8 का फर्क हो गया, 13 ते 8 21 हो गया, ठीक है। मतलब पहला 2 का फर्क पाया, फिर 4 का, फिर 6 का, फिर 8 का, मतलब इतने आप 6 का फर्क पा के कितना लिखा जाऊगा इतने 13, मतलब चौथी ऑप्शन ये सही आएगी। उदू अगे चौथा क्वेश्चन 1 2 3 6 9 18 डैश 54, इतने दसना आप कितना आएगा आंसर। देखो ये भी दो सीरीज़ ने, एक ये है क्या बेटा, एक ये है की किया ये 2 तीए 6 6 तीए 18 18 तीया 54, मतलब 3 3 अंक की, ये भी यही किया 3 एकम 3, 30 तीया 9 तो 9 तीया कितना होएगा बेटा इतने 27 होएगा। 3 नाल ही गुणा की सिंपल सीरीज़ सी, ये जी सही ऑप्शन है वो दूजी आएगी 27। उदू अगला क्वेश्चन 3 8 22 63 185, ये भी देखो की किया होया, तो मैं लिख रहा इधर 3 तो 8 किमें बनया, 3 नूं 3 नाल गुणा करती -1 करता, 30 30 9 9 चो कढ़िया 8, ठीक है भी अगे 8 8 आ गया, 8 नूं 3 नाल गुणा करती, ये 2 घटावे 8 तीए 24 24 के 2 घटाते 22, ठीक है। हुण वाई आ गया, वाई नूं 3 नाल गुणा करती, वाई तीए 66 66 के जे 3 घटा देंगे आप कितना बन जू बेटा 63, उदू अगे 63 आ गया, तो 63 नूं आपां 3 नाल गुणा कर देंगे 199, 199 के 4 घटा देंगे 185। देखो पहला एक घटाया आप, फिर 2 घटाए, फिर 3 घटाए, फिर 4 घटाए, 3 नाल गुणा कर रहे हैं हर बार। हुण आप किन्ने घटावांगे 5, मतलब 185 नूं 3 नाल गुणा करके आप -5 करना, 185 नूं 3 नाल गुणा करके कितना आ जू बेटा 555 आ जाएगा, ये आप 5 होर कढ़ने आ, मतलब अपने को कितना उत्तर आ जाएगा 550, जोड़ा आप पता करना 185 तो अगे कितना आएगा 550 आएगा। हर बार की किया 3 नाल गुणा की, एक घटाया, फिर 2 घटाया, फिर 3 घटाया, फिर 4, हुण आप 3 नाल गुणा करके कितना घटावांगे बेटा 5 घटावांगे, तो ये 550 जी पहली ऑप्शन सही आएगी। अगे 66 36 18 ये आप दसना भी कितना होएगा, देखो भी कितना होएगा, देखो की किया 6 ते 6 इन्हों का जोड़ कर लिया जी 12 12 नूं जे आप 3 नाल गुणा कर देंगे 36 बन जूगा, ठीक है। उदू बाद ये अंकों का जोड़ कर लिए 9 9 नूं जे आप 2 नाल गुणा कर देंगे तो अपने को बन जू बेटा 18 बन जू। हुण ये अंकों का जोड़ कर लेंगे 9, हुण आप कितना गुणा करेंगे 1 नाल, 9 एकम 9, इसलिए सही ऑप्शन 9 आएगी चौथी। पहला ये अंकों का जोड़ करके 3 नाल गुणा की, फिर ये अंकों का जोड़ करके 2 नाल गुणा की, ये अंकों का जोड़ करके कितना गुणा करांगे 1 नाल करांगे है ना। 12 तीए 36 बन गया सी, 9 दूनी 18 बन गया, ठीक है। इतने 18 बन गया, फिर 8 8 ते 1 9 9 एकम 9 बन गया, मतलब चौथी ऑप्शन ये सही है जी। इस क्वेश्चन च देखो बेटा की किया हुआ 7वें च
ਦੇਖੋ ਪਹਿਲਾਂ ਤਾਂ ਕਿੰਨੇ ਦਾ ਫਰਕ ਹੈ ਇਹਨਾਂ ਦੇ ਵਿੱਚ 4 ਦਾ, ਇਹਨਾਂ ਦੇ ਵਿੱਚ ਕਿੰਨੇ ਦਾ ਫਰਕ ਹੈ 14 ਅਤੇ 26 ਦੇ ਵਿੱਚ ਕਿੰਨੇ ਦਾ ਫਰਕ ਹੈ ਬੇਟਾ 12 ਦਾ। ਅੱਗੇ ਇਹਦੇ ਵਿੱਚ ਕਿੰਨੇ ਦਾ ਫਰਕ ਹੈ 16 ਦਾ, ਅੱਗੇ ਕਿੰਨੇ ਦਾ ਫਰਕ ਹੈ 28 ਦਾ। ਠੀਕ ਹੈ, ਆਪਾਂ ਇਸ ਨੂੰ ਧਿਆਨ 'ਚ ਰੱਖਦੇ ਹਾਂ। ਪਹਿਲਾਂ 4 ਦਾ ਫਰਕ ਸੀ, ਫਿਰ 12 ਦਾ। ਠੀਕ ਹੈ, ਅੱਗੇ ਕੀ ਹੋਇਆ 12 ਅਤੇ 4 16 ਦਾ ਫਰਕ ਪੈ ਗਿਆ। ਅੱਗੇ ਫਿਰ 16 ਅਤੇ 12 ਪਿਛਲੇ 2 ਦਾ ਜੋੜ ਕਰਕੇ 28 ਦਾ ਫਰਕ ਪੈ ਗਿਆ। ਹੁਣ ਵੀ 28 ਅਤੇ 16 ਦਾ ਜੋੜ ਕਰ ਦਿਓ, 19 ਦਾ ਫਰਕ ਪਊਗਾ, ਮਤਲਬ 19 ਆਪਾਂ 70 ਦੇ ਵਿੱਚ ਜੋੜਨੇ ਪੈਣਗੇ। ਪਹਿਲਾਂ 16 ਅਤੇ 28 ਦਾ ਜੋੜ ਕਰ ਲਓ, ਕਿੰਨਾ ਹੋ ਜਾਊਗਾ 8 ਅਤੇ 6 14, ਇੱਕ ਹਾਸਲ 2 ਅਤੇ 3 ਅਤੇ 1 4, 44 ਆਪਾਂ ਨੂੰ 70 ਦੇ ਵਿੱਚ ਜੋੜਨੇ ਪੈਣਗੇ, ਉਨਾ ਆ ਜਾਏਗਾ। ਤਾਂ ਕਿੰਨੀ ਆਪਸ਼ਨ ਸਹੀ ਆਏਗੀ 114 ਇਹਦੇ ਲਈ ਸਹੀ ਆਪਸ਼ਨ ਆਏਗੀ। ਚੌਥੀ ਆਪਸ਼ਨ ਬੇਟਾ ਇਹਦੇ ਲਈ ਸਹੀ ਆਏਗੀ। ਉਦੋਂ ਅੱਗੇ 10 100 200 310, ਇਹਦਾ ਸੌਖਾ ਹੀ ਹੈ। ਇੱਥੇ ਕਿੰਨੇ ਦਾ ਫਰਕ ਹੈ ਵੀ 90 ਦਾ, ਇੱਥੇ ਕਿੰਨੇ ਦਾ ਫਰਕ ਹੋ ਗਿਆ 100 ਦਾ, ਇੱਥੇ ਕਿੰਨੇ ਦਾ ਫਰਕ ਹੋ ਗਿਆ 110 ਦਾ, ਅੱਗੇ ਕਿੰਨੇ ਦਾ ਫਰਕ ਹੋ ਜੂ 120 ਦਾ। ਮਤਲਬ 310 ਦੇ ਵਿੱਚ ਆਪਾਂ 120 ਹੋਰ ਜੋੜ ਦਾਂਗੇ, ਆਪਣੇ ਕੋਲ 430 ਇਹਦੇ ਲਈ ਸਹੀ ਆਪਸ਼ਨ ਚੌਥੀ ਆ ਜਾਏਗੀ। ਉਦੋਂ ਅੱਗੇ 325 259 204 160 127 105, ਅੱਗੇ ਆਪਾਂ ਦੱਸਣਾ ਵੀ ਕੀ ਆਏਗਾ। ਠੀਕ ਹੈ, ਇਹ ਵੀ ਸਿੰਪਲ ਹੀ ਹੈ। ਇਹਨਾਂ ਦੀ ਆਪਾਂ ਘਟਾ ਕਰਾਂਗੇ ਤਾਂ ਬੇਟਾ 66 ਆਊਗਾ, ਇਹਨਾਂ ਦੀ ਘਟਾ ਕਰਾਂਗੇ ਆਪਾਂ 55 ਆ ਜਾਏਗਾ, ਇਹਨਾਂ ਦੀ ਘਟਾ ਕਰਕੇ 44 ਆ ਜਾਏਗਾ। ਠੀਕ ਹੈ, ਇਹਨਾਂ ਦੀ ਘਟਾ ਕਰਕੇ ਆਪਣੇ ਕੋਲ 33 ਆ ਜਾਏਗਾ, ਇਹਨਾਂ ਦੀ ਘਟਾ ਕਰਕੇ ਆਪਣੇ ਕੋਲ 22 ਆ ਜਾਏਗਾ। ਅੱਗੇ ਵੀ ਕਿੰਨੇ ਘਟਾਉਣੇ ਪੈਣਗੇ, ਪਹਿਲਾਂ 66 ਘਟਾਏ, ਫਿਰ 55, ਫਿਰ 44, ਫਿਰ 33, ਫਿਰ 22, ਕਿੰਨੇ ਘਟਾਵਾਂਗੇ 11। 105 ਦੇ ਵਿੱਚੋਂ 11 ਘਟਾ ਦਿਓ, ਕਿੰਨਾ ਆ ਜਾਏਗਾ 105 ਦੇ ਵਿੱਚੋਂ 11 ਘਟਾ ਕੇ ਕਿੰਨਾ ਆ ਜਾਏਗਾ ਬੇਟਾ 105 ਦੇ ਵਿੱਚੋਂ ਜੇ ਆਪਾਂ 11 ਘਟਾ ਦਈਏ ਤਾਂ ਕਿੰਨਾ ਆ ਜਾਏਗਾ 94। ਤਾਂ 94 ਇਹਦੇ ਲਈ ਸਹੀ ਆਪਸ਼ਨ ਪਹਿਲੀ ਆਏਗੀ। ਠੀਕ ਹੈ, ਪਹਿਲਾਂ 66 ਘਟਾਇਆ, ਫਿਰ 55, ਫਿਰ 44, ਫਿਰ 33, ਫਿਰ 22, ਹੁਣ ਕਿੰਨੇ ਘਟਾ ਦਾਂਗੇ 11, 11 ਘਟਾ ਕੇ 94 ਸਹੀ ਆਪਸ਼ਨ ਆ ਜਾਏਗੀ। ਅੱਗੇ 198 194 185 169, ਅਗਲੇ ਆਪਾਂ ਦੱਸਣਾ ਵੀ ਕੀ ਉੱਤਰ ਇਹਦੇ ਲਈ ਆਏਗਾ। ਠੀਕ ਹੈ ਵੀ, ਇਹ ਵੀ ਸਿੰਪਲ ਹੀ ਹੈ। ਪਹਿਲਾਂ ਤਾਂ ਆਪਾਂ ਦੇਖ ਲੈਂਦੇ ਹਾਂ ਵੀ ਕਿੰਨੇ ਦਾ ਅੰਤਰ ਹੈ 4 ਦਾ, 4 ਦਾ ਅੰਤਰ ਹੈ ਇਹਦੇ ਲਈ ਕਿੰਨੇ ਦਾ ਅੰਤਰ ਹੈ ਬੇਟਾ 9 ਦਾ, ਇਹਦੇ ਲਈ ਕਿੰਨੇ ਦਾ ਅੰਤਰ ਹੈ 16 ਦਾ। ਦੇਖੋ ਵੀ ਇਹ 2 ਦਾ ਸਕੁਏਅਰ ਦਾ ਅੰਤਰ ਹੈ, ਇੱਥੇ 3 ਦਾ ਸਕੁਏਅਰ ਦਾ ਅੰਤਰ ਹੈ, ਇੱਥੇ 4 ਦੇ ਸਕੁਏਅਰ ਦਾ ਅੰਤਰ ਹੈ। ਅੱਗੇ ਕਿੰਨੇ ਦਾ ਅੰਤਰ ਆਊਗਾ 5 ਦੇ ਸਕੁਏਅਰ ਦਾ, ਮਤਲਬ 25 ਦਾ। ਤਾਂ 169 ਦੇ ਵਿੱਚੋਂ 25 ਘਟਾ ਦਿਓ, ਸਿੰਪਲ ਉੱਤਰ ਇਹਦੇ ਲਈ ਆ ਜਾਏਗਾ, ਕਿੰਨਾ ਆ ਜਾਏਗਾ ਬੇਟਾ 144। ਠੀਕ ਹੈ, ਪਹਿਲਾਂ 2 ਦਾ ਵਰਗ ਘਟਾਇਆ, ਫਿਰ 3 ਦਾ ਵਰਗ ਘਟਾਇਆ, ਫਿਰ 4 ਦਾ ਵਰਗ ਘਟਾਇਆ, ਹੁਣ ਕਿੰਨੇ ਦਾ ਘਟਾਵਾਂਗੇ 5 ਦਾ ਵਰਗ, 5 ਦਾ ਵਰਗ ਮਤਲਬ 25। ਤਾਂ 169 ਦੇ ਵਿੱਚੋਂ 25 ਘਟਾ ਕੇ ਆਪਣੇ ਕੋਲ 144 ਇਹਦੇ ਲਈ ਸਹੀ ਆਪਸ਼ਨ ਚੌਥੀ ਆ ਜਾਏਗੀ। ਅੱਗੇ ਅਗਲਾ ਕੁਐਸਚਨ ਸੀਰੀਜ਼ ਕੰਪਲੀਟ ਕਰਨ ਵਾਲਾ ਹੈ। ਨਿਰਦੇਸ਼ ਪ੍ਰਸ਼ਨ 11 ਤੋਂ 15 ਨਿਸ਼ਚਿਤ ਰੂਪ ਰੇਖਾ ਅਨੁਸਾਰ ਹੇਠਾਂ ਦਿੱਤੀਆਂ ਗਈਆਂ ਅੱਖਰ ਲੜੀਆਂ ਵਿਚਲੀਆਂ ਖਾਲੀ ਥਾਵਾਂ ਨੂੰ ਭਰੋ। ਮਤਲਬ ਕੋਈ ਪੈਟਰਨ ਬਣ ਜੇ, ਇਹਨਾਂ ਚਾਰੇ ਆਪਸ਼ਨਾਂ ਦੇ ਵਿੱਚੋਂ ਆਪਾਂ ਭਰ ਕੇ ਦੇਖਣੇ ਹਨ ਵੀ ਕਿਹਨੂੰ ਭਰ ਕੇ ਇਹ ਪੈਟਰਨ ਬਣ ਜਾਏਗਾ। ਠੀਕ ਹੈ ਬੇਟਾ, ਤਾਂ ਇਹ ਤੁਸੀਂ ਹਰੇਕ ਜਿਹੜੀ ਵੀ ਆਪਸ਼ਨ ਹੈ ਤੁਸੀਂ 1 ਤੋਂ ਲੈ ਕੇ ਸਾਰੀਆਂ ਆਪਸ਼ਨਾਂ ਭਰ ਕੇ ਵੇਖਣੀਆਂ, ਅਤੇ ਜਿਹਦੇ ਲਈ ਪੈਟਰਨ ਬਣ ਜਾਂਦਾ ਉਹ ਆਪਸ਼ਨ ਇਹਦੇ ਲਈ ਸਹੀ ਆਪਸ਼ਨ ਹੋਏਗੀ। ਠੀਕ ਹੈ, ਆਪਾਂ ਭਰ ਕੇ ਦੇਖਦੇ ਹਾਂ। ਜਿਵੇਂ ਆਪਾਂ ਪਹਿਲੀ ਭਰ ਕੇ ਵੇਖ ਲੈਂਦੇ ਹਾਂ, ਇਹਦੇ ਵਿੱਚ ਸੀ ਬੀ ਦੇਖੋ ਵੀ ਕੋਈ ਪੈਟਰਨ ਬਣਦਾ, ਦੇਖੋ BC CB BC CB BC CB ਬਣ ਗਿਆ ਨਾ ਪੈਟਰਨ, BC CB ਇਹ ਪੈਟਰਨ ਬਣ ਗਿਆ ਬੇਟਾ। ਤਾਂ ਫਿਰ ਇਹਦੇ ਲਈ ਪਹਿਲੀ ਆਪਸ਼ਨ ਹੈ ਜਿਹੜੀ ਸਹੀ ਆਪਸ਼ਨ ਹੈ ਵੀ ਇਹਨੂੰ ਇਹਦੇ ਵਿੱਚ ਭਰ ਕੇ ਇਹ ਪੈਟਰਨ ਸਹੀ ਬਣ ਜਾਂਦਾ, ਤਾਂ ਇਸ ਕਰਕੇ ਪਹਿਲੀ ਆਪਸ਼ਨ ਇਹਦੇ ਲਈ ਸਹੀ ਆਪਸ਼ਨ ਹੈ। ਉਦੋਂ ਅਗਲਾ ਕੁਐਸਚਨ ਇਹਦੇ ਵਿੱਚ ਵੀ ਆਪਾਂ ਭਰ ਕੇ ਦੇਖਣਾ, ਇਹਦੇ ਵਿੱਚ ਵੀ ਤੁਸੀਂ ਭਰ ਕੇ ਦੇਖੋਗੇ ਵੀ ਕਿਹੜਾ। ਠੀਕ ਹੈ ਬੇਟਾ, ਇਹਦੇ ਲਈ ਜਿਹੜੀ ਸਹੀ ਆਪਸ਼ਨ ਆ ਉਹ ਤੀਜੀ ਆਏਗੀ, ਤਾਂ ਉਹ ਭਰ ਕੇ ਵੀ ਵੇਖ ਲੈਂਦੇ ਹਾਂ। IFGIE। ਠੀਕ ਹੈ, ਹੁਣ ਪੜ੍ਹ ਕੇ ਦੇਖੋ ਇਹਦੇ ਲਈ ਕੀ ਪੈਟਰਨ ਬਣਦਾ GFEII।
ठीक है, 5 ਅੱਖਰਾਂ ਦਾ GFEII 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 GFEII। ਇਹ ਜਿਹੜੇ ਵਰਡ ਨੇ ਇਹ ਵਾਰ-ਵਾਰ ਰਿਪੀਟ ਹੋ ਰਹੇ ਨੇ। GFEII ਇਹ ਪੈਟਰਨ ਇਹਦੇ ਲਈ ਬਣਦਾ ਹੈ, ਇਸ ਕਰਕੇ ਇਹ ਤੀਜੀ ਆਪਸ਼ਨ ਭਰ ਕੇ ਪੈਟਰਨ ਬਣਦਾ ਹੈ, ਇਸ ਕਰਕੇ ਇਹ ਆਪਸ਼ਨ ਸਹੀ ਆਪਸ਼ਨ ਹੈ। ਉਦੋਂ ਅੱਗੇ ਵੀ ਆਪਾਂ ਭਰ ਕੇ ਵੇਖਣਾ ਵੀ ਕੀ ਆਪਸ਼ਨ ਬਣੇਗੀ 13ਵਾਂ। ਇਹਦੇ ਲਈ ਜਿਹੜੀ ਸਹੀ ਆਪਸ਼ਨ ਬਣੇਗੀ ਬੇਟਾ ਦੂਜੀ ਬਣੇਗੀ। ਭਰ ਕੇ ਵੇਖ ਲੈਂਦੇ ਆਪਾਂ ACBCB। ठीक है, देखो की पैटर्न बनता है CABVAC इतों तक CABVAC CABVAC। ठीक है, ये पैटर्न बनता है CABVAC। ठीक है, जहाँ पर गए CABBAC। ठीक है, ये पैटर्न बनता है। किहड़ी ऑप्शन ना बनता बेटा वो दूजी ऑप्शन ना बनता, इसलिए दूजी ऑप्शन ये सही है। तुसीं सारिया ऑप्शनां भर के वेखणियां तो तुहानूं पता लग जाएगा भी किहदे लई पैटर्न बनता है। 14वां क्वेश्चन देखो, ये भी आप देखना भी किहदे लई पैटर्न बनता है। ये भी दूजी ऑप्शन लई पैटर्न बनता है। चौदहवें क्वेश्चन के लिए CAAA। ठीक है, देखो भी की पैटर्न बनता है। देखो 4 बारी A 4 बारी C, फिर 3 बारी A 3 बारी C, 2 बारी A 2 बारी C, 1 बारी A 1 बारी C। मतलब पिछले पासों जो आप शुरू कर लिए 4 बारी A आ गया, 4 बारी C आ गया, फिर 3 बारी A 3 बारी C, 2 बारी A 2 बारी C, 1 बारी A 1 बारी C। ठीक है, ये पैटर्न बनता है। ठीक है, इस करके दूजी ऑप्शन ये लिए सही ऑप्शन है। अगला 15वां क्वेश्चन, ये लिए बेटा जी सही ऑप्शन है वो तीजी बनेगी ABABAB। ठीक है, ABABAB। ठीक है, देखो भी की पैटर्न बनता है। ए नूं छड्ड दिए, हर बार ए विचों छड्ड देनी है। ठीक है, ए तो बाद 4 बारी बी, 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 ये पैटर्न बनता है। ठीक है, ए तो बाद 4 बारी बी, ये पैटर्न ये बनता है। ये सही ऑप्शन है जी वो तीजी ऑप्शन बनती है। तो पेपर के पूछा जाऊगा, तुसीं की करना जिन्नियां तुहानूं ऑप्शन दित्तियां ने वो सारियां ये वार वार भर के वेखो तो तुहानूं आप नूं पता लग जाएगा भी किहड़ी ऑप्शन दे विच सही पैटर्न बनता है। काफ़ी आसान होणगे ये, घट्टो घट्ट 4-5 क्वेश्चन तुहानूं ये कंप्लीट करने होणगे, पूछे जाणगे। ठीक है बेटा, तो तुसीं इस गल का पूरा खास ख्याल रखना है। अगे प्रश्न नंबर 16 तो 20 विच भिन्न विकल्प की चोण करनी है। ठीक है, भी भिन्न विकल्प इन्हां दे विचों किहड़ा अलग वाला किहड़ा है। ठीक है बेटा, ये जिहड़ा भिन्न विकल्प हो 51 है। क्यों 51 है भी, क्योंकि जिन्ने भी बाकी दिते ने 51 तो बिना सारिਆਂ ਦੇ जे अंकों का आप जोड़ कर लिए 9 है। ठीक है, 6 ते 3 9, 8 ते 1 9, 9 ते 0 9, 4 ते 5 9, 7 ते 2 9। ठीक है, पर 51 ਦੇ ਜਿਹੜੇ अंक ने उन्हों का जोड़ 9 नहीं बनता, तो इस करके ये भिन्न इन्हों दे विचों है। ओके 3 7 15 31 59 127 155 ये जोड़ा भिन्न विकल्प है 59 है, क्योंकि ये सीरीज बनती है। 3 दूनी 6 ते 1 7, 7 दूनी 14 ते 1 15, 15 दूनी 30 ते 31, 31 दूनी 62 ते 63। इत्थे 63 होना चाहिए सी, क्योंकि अगे फिर भी 63 दूनी 126 ते 1 127, 127 दूनी 154 ते 1 155, तो 59 ये जोड़ा रॉन्ग ऑप्शन है, सीरीज के विच नहीं आता। तो इन्हों के अलग वाला भिन्न विकल्प 59 है।
अगला 18वां क्वेश्चन 73 71 67 65 59 53 ਇਹਨਾਂ ਵਿੱਚ ਕਿਹੜਾ ਅੱਡ ਆ ਵੀ ਸਾਰਿਆਂ ਨੂੰ ਪਤਾ ਹੀ ਹੋਣਾ 65 ਅੱਡ ਹੈ। ਅਲੱਗ ਵਾਲਾ 65 ਆ ਕਿਉਂਕਿ ਇਹ ਭਾਜ ਸੰਖਿਆ ਹੈ। 65 ਆ ਜਿਹੜੀ ਉਹ ਕਿਹੜੀ ਸੰਖਿਆ ਬੇਟਾ ਭਾਜ ਸੰਖਿਆ। ਜਿਹੜੀਆਂ ਬਾਕੀ ਸਾਰੀਆਂ ਸੰਖਿਆਵਾਂ ਲਿਖੀਆਂ ਹੋਈਆਂ ਨੇ ਇੱਥੇ ਉਹ ਕਿਹੜੀਆਂ ਸੰਖਿਆਵਾਂ ਨੇ ਭਾਜ ਸੰਖਿਆਵਾਂ ਹਨ, ਕਿਸੇ 'ਤੇ ਨਹੀਂ ਵੰਡੀਆਂ ਜਾਂਦੀਆਂ। 65 ਆ ਜਿਹੜਾ ਉਹ ਵੰਡਿਆ ਜਾਂਦਾ ਹੈ। ਅਗਲਾ ਕੁਐਸਚਨ ਦੇਖੋ ਬੇਟਾ 19ਵਾਂ। ਇਹਦੇ ਵਿੱਚ ਤੁਸੀਂ ਪੂਰੀ ਇੰਗਲਿਸ਼ ਅਲਫਾਬੈਟ ਲਿਖ ਕੇ ਰੱਖ ਲੈਣੀ ਹੈ। ਜਦੋਂ ਤੁਹਾਨੂੰ ਇਹ ਜਿਹਾ ਕੁਐਸਚਨ ਆਉਂਦਾ ਤਾਂ ਆਪਾਂ ਇਹਨੂੰ ਹੱਲ ਕਰਦੇ ਹਾਂ। ਪੈਟਰਨ ਲੱਭਦੇ ਹਾਂ ਆਪਾਂ। ਇਹਦੇ ਏ ਆ ਜਿਹੜਾ ਇੰਗਲਿਸ਼ ਅਲਫਾਬੈਟ ਦੇ ਸ਼ੁਰੂ ਵਾਲੇ ਪਾਸੇ ਤੋਂ ਪਹਿਲੇ ਨੰਬਰ 'ਤੇ ਆਉਂਦਾ, ਠੀਕ ਹੈ। ਔਰ ਵਾਈ ਆ ਜਿਹੜਾ ਦੂਜੇ ਪਾਸੋਂ ਦੂਜੇ ਨੰਬਰ 'ਤੇ ਆਉਂਦਾ, ਠੀਕ ਹੈ। ਜੈਡ ਵਾਲੇ ਪਾਸੋਂ ਵਾਈ ਦੂਜੇ ਨੰਬਰ 'ਤੇ ਆਉਂਦਾ। ਇਹ ਇਹਨਾਂ ਦਾ ਕਨਕਲੂਜਨ ਨਿਕਲਦਾ ਇਹਦੇ ਵਿੱਚੋਂ। ਸੀ ਆ ਜਿਹੜਾ ਤੀਜੇ ਨੰਬਰ 'ਤੇ ਆਉਂਦਾ ਏ ਵਾਲੇ ਪਾਸਿਓਂ, ਅਤੇ ਡਬਲਿਊ ਆ ਜਿਹੜਾ ਦੂਜੇ ਪਾਸੋਂ ਚੌਥੇ ਨੰਬਰ 'ਤੇ ਆਉਂਦਾ, ਠੀਕ ਹੈ। ਇਹ ਵੀ ਇਹਦੇ ਲਈ ਕੰਬੀਨੇਸ਼ਨ ਸਹੀ ਹੈ। ਇੱਕ ਵੱਧ ਕੇ ਆਉਂਦਾ ਮਤਲਬ ਪਿਛਲੇ ਪਾਸੋਂ। ਈ ਅਤੇ ਯੂ ਦਾ ਦੇਖਦੇ ਹਾਂ ਆਪਾਂ, ਠੀਕ ਹੈ। ਈ ਆ ਜਿਹੜਾ ਇੱਧਰਲੇ ਪਾਸੋਂ 5ਵੇਂ ਨੰਬਰ 'ਤੇ ਆਉਂਦਾ, ਈ ਇੱਧਰਲੇ ਪਾਸੋਂ 5ਵੇਂ 'ਤੇ ਆਉਂਦਾ, ਪਰ ਯੂ ਆ ਜਿਹੜਾ ਉੱਧਰਲੇ ਪਾਸੋਂ 6ਵੇਂ ਸਥਾਨ 'ਤੇ ਆਉਂਦਾ ਪਿਛਲੇ ਪਾਸੋਂ। ਇਹ ਵੀ ਸਹੀ ਆ, ਮਤਲਬ ਇਹਨਾਂ ਦੇ ਵਿੱਚ ਕੋਈ ਨਾ ਕੋਈ ਕੰਬੀਨੇਸ਼ਨ ਬਣਦਾ। ਪਰ ਡੀ ਯੂ ਅਤੇ ਪੀ ਟੀ ਆ ਜਿਹੜੇ ਉਹ ਦੋਨੋਂ ਇਹਦੇ ਲਈ ਅਲੱਗ ਨੇ, ਠੀਕ ਹੈ। ਇਹ ਦੋਨੋਂ ਆਪਸ਼ਨਾਂ ਹੀ ਇਹਦੇ ਲਈ ਸਹੀ ਆਪਸ਼ਨਾਂ ਹਨ। ਦੇਖੋ ਡੀ ਅਤੇ ਯੂ, ਡੀ ਆ ਜਿਹੜਾ ਚੌਥੇ ਨੰਬਰ 'ਤੇ ਆਉਂਦਾ, ਡੀ ਚੌਥੇ ਨੰਬਰ 'ਤੇ ਆਉਂਦਾ, ਪਰ ਯੂ 6ਵੇਂ ਨੰਬਰ 'ਤੇ ਆਉਂਦਾ। ਇਹਦਾ ਕੋਈ ਕੰਬੀਨੇਸ਼ਨ ਨਹੀਂ, ਠੀਕ ਹੈ। ਅਤੇ ਐਵੇਂ ਪੀ ਅਤੇ ਟੀ ਦਾ ਵੀ ਕੋਈ ਕੰਬੀਨੇਸ਼ਨ ਇਹਦੇ ਵਿੱਚ ਨਹੀਂ ਬਣਦਾ, ਇਸ ਮੁਤਾਬਕ ਨਹੀਂ ਲੱਗੇ ਹੋਏ, ਠੀਕ ਹੈ। ਇਹਦੇ ਲਈ ਜਿਹੜੀ ਸਹੀ ਆਪਸ਼ਨ ਹੈ ਉਹ ਡੀ ਯੂ ਅਤੇ ਪੀ ਟੀ ਇਹਨਾਂ ਦੇ ਵਿੱਚ ਦੋਨੋਂ ਨੇ, ਠੀਕ ਹੈ ਬੇਟਾ। ਅੱਗੇ ਆਰ 36 ਐਨ 28 ਡੀ 6 ਪੀ 32 ਯੂ 42। ਇਹ ਵੀ ਸਿੰਪਲੀ ਹੈ। ਡੀ 6 ਇਹਦੇ ਵਿੱਚ ਅੱਡਦਾ ਹੈ, ਕਿਉਂ ਵੀ ਕਿ ਬਾਕੀ ਆ ਜਿਹੜੇ ਉਹਨਾਂ ਦੇ ਸਥਾਨ ਦਾ ਦੁੱਗਣਾ ਕੀਤਾ ਹੋਇਆ। ਆਰ ਆ ਜਿਹੜਾ ਉਹ 18ਵੇਂ ਨੰਬਰ 'ਤੇ ਆਉਂਦਾ। ਅੰਕ ਆ ਜਿਹੜਾ ਅੰਕ ਦਾ ਸਥਾਨ ਆਰ, ਅੰਕ ਦਾ ਸਥਾਨ ਇੰਗਲਿਸ਼ ਅਲਫਾਬੈਟ ਦੇ ਵਿੱਚ 18ਵੇਂ ਸਥਾਨ 'ਤੇ ਆਉਂਦਾ ਆਰ, ਤਾਂ ਉਹਨੂੰ ਦੁੱਗਣਾ ਕੀਤਾ 36 ਲਿਖਿਆ ਹੋਇਆ। ਐਨ ਆ ਜਿਹੜਾ 14ਵੇਂ 'ਤੇ ਆਉਂਦਾ ਉਹਨੂੰ 28 ਲਿਖਿਆ ਹੋਇਆ। ਪੀ ਆ ਜਿਹੜਾ 16ਵੇਂ 'ਤੇ ਆਉਂਦਾ ਉਹਨੂੰ 32 ਲਿਖਿਆ ਹੋਇਆ। ਯੂ ਆ ਜਿਹੜਾ 21ਵੇਂ 'ਤੇ ਆਉਂਦਾ ਉਹਨੂੰ 42 ਲਿਖਿਆ ਹੋਇਆ। ਪਰ ਡੀ ਆ ਜਿਹੜਾ ਚੌਥੇ 'ਤੇ ਆਉਂਦਾ ਉਹਨੂੰ 6 ਲਿਖਿਆ, ਉਹਨੂੰ 8 ਲਿਖਣਾ ਸੀ। ਤਾਂ ਇਸ ਕਰਕੇ ਇਹ ਆਪਸ਼ਨ ਇਹਨਾਂ ਦੇ ਵਿੱਚੋਂ ਅਲੱਗ ਦੀ ਆਪਸ਼ਨ ਹੈ, ਪਿੰਨ ਵਿਕਲਪ ਹੈ। ਅੱਗੇ ਨਿਰਦੇਸ਼ ਦਿੱਤੇ ਗਏ ਵਿਕਲਪਾਂ ਵਿੱਚੋਂ ਸਹੀ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ ਭਰੋ ਵੀ ਇੱਥੇ ਕੀ ਆਏਗਾ, ਠੀਕ ਹੈ ਬੇਟਾ। ਦੇਖੋ ਬੇਟਾ ਇਸ ਕੁਐਸਚਨ ਦੇ ਵਿੱਚ ਕੀ ਕੀਤਾ ਹੋਇਆ, ਧਿਆਨ ਨਾਲ ਸਮਝਣਾ ਤੁਸੀਂ। ਇਹਦੇ ਅੰਕਾਂ ਦਾ ਜੋੜ ਕਰੋ। 4 ਅਤੇ 1 ਅਤੇ 4 5 ਅਤੇ 2 7। ਇਹਦੇ ਅੰਕਾਂ ਦਾ ਜੋੜ 7 ਬਣਦਾ ਸੀ, 1 ਛੱਡ ਕੇ। ਉਦੋਂ ਅੱਗੇ ਵੀ ਦੇਖੋ 8 ਅਤੇ 2 10 ਅਤੇ 6 16, ਠੀਕ ਹੈ। ਐਵੇਂ ਕੀਤਾ ਹੋਇਆ। ਉਦੋਂ ਬਾਅਦ ਹੁਣ ਜਿਹੜੀ ਇਹ ਹੈ ਇਹਨਾਂ ਦੇ ਅੰਕਾਂ ਦਾ ਜੋੜ ਸੇਮ, ਇਹਨਾਂ ਦੋਹਾਂ ਦੇ ਅੰਕਾਂ ਦਾ ਜੋੜ ਇੱਥੇ 7 ਬਣਨਾ ਚਾਹੀਦਾ, ਠੀਕ ਹੈ। ਇੱਥੇ ਵੀ ਦੇਖੋ ਬਣਦਾ, ਠੀਕ ਹੈ। 7 4 ਅਤੇ 3 7, ਤਾਂ ਇੱਥੇ 7 ਬਣਨਾ ਚਾਹੀਦਾ। ਜਿਹੜੀ ਇੱਥੇ ਰਕਮ ਆਊਗੀ ਉਹਦੇ ਅੰਕਾਂ ਦਾ ਜੋੜ ਕਿੰਨਾ ਬਣਨਾ ਚਾਹੀਦਾ ਹੈ, 7 ਬਣਨਾ ਚਾਹੀਦਾ। ਤਾਂ ਦੇਖੋ ਫਿਰ ਕਿਹੜੀਆਂ ਆਪਸ਼ਨਾਂ ਦੇ ਵਿੱਚ ਜਿਹਦੇ ਅੰਕਾਂ ਦਾ ਜੋੜ 7 ਬਣਦਾ, ਜਿਹਦਾ ਬਣਦਾ ਵੀ 70। ਤਾਂ ਇੱਥੇ 70 ਆ ਜਿਹੜੀ ਉਹ ਸਹੀ ਆਪਸ਼ਨ ਆਏਗੀ। ਤੋਂ ਅੱਗੇ ਆਪਾਂ ਦੇਖਣਾ ਵੀ ਕੁਐਸਚਨ ਮਾਰਕ ਦੀ ਜਗ੍ਹਾ 'ਤੇ ਕੀ ਆਏਗਾ। ਕੀ ਕੀਤਾ ਹੋਇਆ ਵੀ 14 'ਚ ਜੇ 6 ਕੱਢ ਦਈਏ ਕਿੰਨਾ ਬਣ ਜੂਗਾ 8, 9 'ਚ 2 ਕੱਢ ਦਈਏ ਕਿੰਨਾ ਬਣ ਜੂਗਾ 7, ਦੋਵਾਂ ਦੀ ਗੁਣਾ ਕਰ ਦਿਓ 8 7 56। 12 'ਚੋਂ 5 ਕੱਢ ਦਈਏ 7, 11 'ਚ 3 ਕੱਢ ਦਈਏ 8, ਦੋਵਾਂ ਦੀ ਗੁਣਾ ਕਰ ਦਈਏ 8 7 56, ਠੀਕ ਹੈ। ਐਵੇਂ ਆਪਾਂ ਇੱਥੇ ਕਰਾਂਗੇ। 11 'ਚ 4 ਕਰ ਦਈਏ 7, 20 'ਚ 10 ਕੱਢ ਦਈਏ 10, ਤਾਂ 7 ਦਾ ਆ 70 ਇਹਦੇ ਲਈ ਸਹੀ ਆਪਸ਼ਨ ਆਏਗੀ। ਤੀਜੀ ਆਪਸ਼ਨ ਇਹਦੇ ਲਈ ਸਹੀ ਆਏਗੀ। ਅੱਗੇ ਫੇਰ ਆਪਾਂ ਦੱਸਣਾ ਵੀ ਇਹਦੀ ਥਾਂ 'ਤੇ ਕੀ ਆਏਗਾ। ਦੇਖੋ ਇਹ ਵੀ ਸਿੰਪਲੀ ਹੈ, ਘਟਾ ਕੀਤੀ ਹੋਈ ਹੈ। ਇਹਨਾਂ ਦੇ ਵਿੱਚ ਕਿੰਨੇ ਦਾ ਫਰਕ ਹੈ 1, ਇਹਨਾਂ ਦੇ ਵਿੱਚ ਕਿੰਨੇ ਦਾ ਫਰਕ ਹੈ 2, ਤਾਂ 12 ਬਣ ਗਿਆ। ਦੇਖੋ ਅੱਗੇ ਫਿਰ ਅੰਕ ਚੇਂਜ ਕਰਨਾ, ਇੱਥੇ ਇਹਦੇ ਆਲੇ ਦੁਆਲੇ ਘੁੰਮਦੇ ਥੇ, ਠੀਕ ਹੈ। ਹੁਣ ਆਪਾਂ ਅੰਕ 7 ਲੈ ਲੈਂਦੇ ਹਾਂ। ਇਹਦੇ ਵਿੱਚ ਕਿੰਨੇ ਦਾ ਫਰਕ ਹੈ ਵੀ 2 ਦਾ, ਇਹਦੇ ਵਿੱਚ ਕਿੰਨੇ ਦਾ ਫਰਕ ਹੈ 1 ਦਾ, ਤਾਂ ਇਹਦੇ ਲਈ ਕੀ ਆ ਗਿਆ, ਠੀਕ ਹੈ। ਅੱਗੇ ਫੇਰ ਇੱਥੇ ਇਹਦੇ ਲਈ ਕਿੰਨੇ ਦਾ ਫਰਕ ਹੈ, ਇਹਦੇ ਲਈ ਕਿੰਨੇ ਦਾ ਫਰਕ ਆ ਉਹ ਆਪਾਂ ਲੱਭਣਾ। ਇਹਦੇ ਲਈ ਕਿੰਨੇ ਦਾ ਫਰਕ ਹੈ ਵੀ 4 ਦਾ, ਅਤੇ ਦੂਜੇ ਲਈ ਕਿੰਨੇ ਦਾ ਫਰਕ ਹੈ 8 ਅਤੇ 10 ਦੇ ਵਿੱਚ 2 ਦਾ।
ਤਾਂ ਫਿਰ ਇਹਦੇ ਲਈ ਕਿਹੜੀ ਆਪਸ਼ਨ ਸਹੀ ਬਣੇਗੀ? 42 ਇਹਦੇ ਲਈ ਸਹੀ ਆਪਸ਼ਨ ਬਣੇਗੀ। ਉਦੋਂ ਅੱਗੇ ਇਹ ਆਪਾਂ ਦੱਸਣਾ ਵੀ ਕੀ ਆਏਗਾ। ਪਹਿਲਾਂ ਇਹਦੇ ਲਈ ਲੱਭਦੇ ਹਾਂ, ਫਿਰ ਆਪਾਂ ਐਂਡ ਲਈ ਲੱਭਾਂਗੇ। ਠੀਕ ਹੈ, ਇਹਨਾਂ ਦੋਵਾਂ ਲਈ ਲੱਭਦੇ ਹਾਂ। 4 ਤੇ 4 8, 8 ਦਾ ਸਕੁਏਅਰ ਕਰਤਾ 64। ਠੀਕ ਹੈ, ਐਵੇਂ 6 ਤੇ 4 10, 10 ਦਾ ਸਕੁਏਅਰ ਕਰਤਾ 100। ਠੀਕ ਹੈ, ਇੱਥੇ ਫਿਰ 4 ਤੇ 3 7, 7 ਦਾ ਵਰਗ ਕਰਤਾ ਸਕੁਏਅਰ ਕਰਤਾ 49। 4 ਤੇ 9 13, 13 ਦਾ ਵਰਗ ਕਰਤਾ 169। ਠੀਕ ਹੈ, ਅੰਕਾਂ ਦਾ ਜੋੜ ਕਰ ਲਿਆ, ਵਰਗ ਕਰਤਾ, ਅੰਕਾਂ ਦਾ ਜੋੜ ਕਰ ਲਿਆ, ਵਰਗ ਕਰਤਾ। ਐਵੇਂ 5 ਤੇ 4 9, 9 ਦਾ ਵਰਗ ਕਰਕੇ 81। ਐਵੇਂ 8 ਤੇ 1 9, 9 ਦਾ ਵਰਗ ਕਰਕੇ ਫਿਰ ਕਿੰਨਾ ਆਊਗਾ? ਇੱਥੇ 81 ਆਏਗਾ। ਪਹਿਲੀ ਆਪਸ਼ਨ ਇਹਦੇ ਲਈ ਸਹੀ ਆਏਗੀ। ਅੰਕਾਂ ਦਾ ਜੋੜ ਕੀਤਾ ਅਤੇ ਵਰਗ ਕੀਤਾ, ਅੱਗੇ ਫਿਰ ਅੰਕਾਂ ਦਾ ਜੋੜ ਕੀਤਾ, ਵਰਗ ਕੀਤਾ, ਸਿੰਪਲੀ ਸੀ। ਪਹਿਲੀ ਆਪਸ਼ਨ 81 ਆਏਗੀ। ਇਹ ਦੇਖੋ ਬੇਟਾ, ਇਹ ਵੀ ਬਿਲਕੁਲ ਸਿੰਪਲ ਹੈ। ਦੇਖੋ ਕੀ ਕੀਤਾ ਹੋਇਆ, ਜੋੜ ਹੀ ਕੀਤਾ ਹੋਇਆ, ਹੋਰ ਕੁਛ ਨਹੀਂ ਕੀਤਾ। 6 ਤੇ 4 10 ਤੇ 5 15 ਤੇ 1 16, 10 18, 3 21 ਤੇ 4 25, ਜੋੜ ਕੀਤਾ ਹੋਇਆ। 7 ਤੇ 5 12 ਤੇ 2 14 ਤੇ 3 17, ਇਹਦੇ ਲਈ ਸਹੀ ਆਪਸ਼ਨ ਆਊਗੀ। ਸਿੰਪਲ ਜੋੜ ਕੀਤਾ ਹੋਇਆ। ਉਦੋਂ ਅੱਗੇ ਇਹਦੇ ਵਿੱਚ ਦੇਖੋ ਬੇਟਾ ਕੀ ਕੀਤਾ। ਦੇਖੋ ਇਹਦਾ ਸਕੁਏਅਰ ਕਰ ਦਈਏ, ਇਹਦਾ ਸਕੁਏਅਰ ਕਰ ਦਿਓ, ਕਿੰਨਾ ਬਣ ਜੂਗਾ? 6 6 36, 8 8 64। ਦੋਵਾਂ ਦਾ ਜੋੜ ਕਰ ਦਈਏ, ਕਿੰਨਾ ਬਣ ਜੂ ਬੇਟਾ? 100। ਇਹਨਾਂ ਦਾ ਵਰਗ ਕਰ ਦਿਓ ਅਤੇ ਜੋੜ ਕਰ ਦਿਓ, 100 ਬਣੂ। ਇਹ ਇਹਨਾਂ ਦਾ ਵੀ ਜੋੜ ਕਰਕੇ ਕਿੰਨਾ ਬਣੂਗਾ? 100। ਠੀਕ ਹੈ, ਅੱਗੇ ਫਿਰ 3 ਦਾ ਵਰਗ ਕਰ ਦਾਂਗੇ 9, 4 ਦਾ ਵਰਗ ਕਰਾਂਗੇ 16, ਕਿੰਨਾ ਬਣ ਜੂਗਾ ਵੀ? 25। 13 ਤੇ 12 ਦਾ, 12 ਤੇ 13 ਦਾ ਜੋੜ ਕਰਕੇ ਵੀ ਕਿੰਨਾ ਬਣੇਗਾ? 25। ਠੀਕ ਹੈ, ਇੱਧਰ ਆਈ ਫਿਰ 25 ਪਲੱਸ 24 24 16, ਕਿੰਨਾ ਬਣ ਗਿਆ ਵੀ? 25 ਤੇ 16, ਕਿੰਨਾ ਬਣ ਜੂਗਾ? 25 ਤੇ 16 41। ਇਹਨਾਂ ਦੋਵਾਂ ਦਾ ਜੋੜ ਵੀ 41 ਬਣਨਾ ਚਾਹੀਦਾ। 21 ਇੱਧਰ ਹੈਗਾ ਤਾਂ ਕਿੰਨਾ ਚਾਹੀਦਾ ਆਪਾਂ ਨੂੰ? 20। ਤਾਂ ਕੁਐਸਚਨ ਮਾਰਕ ਦੀ ਜਗ੍ਹਾ 'ਤੇ ਕਿੰਨਾ ਆਏਗਾ ਬੇਟਾ? 20 ਆਏਗਾ। ਦੂਜੀ ਆਪਸ਼ਨ ਇਹਦੇ ਲਈ ਸਹੀ ਆਏਗੀ। ਉਦੋਂ ਅੱਗੇ ਇਹ ਕੀ ਕੀਤਾ? ਸਿੰਪਲ ਘਟਾ ਕੀਤੀ ਹੋਈ ਹੈ। ਠੀਕ ਹੈ, ਹੋਰ ਕੁਛ ਨਹੀਂ ਕੀਤਾ ਇਹਦੇ ਵਿੱਚ, ਘਟਾ ਕੀਤੀ ਹੋਈ ਹੈ। 9 ਦੇ ਵਿੱਚੋਂ 3 ਘਟਾ ਤੇ 6, 5 ਦੇ ਵਿੱਚੋਂ 2 ਘਟਾ ਤੇ 3, 4 ਦੇ ਵਿੱਚੋਂ 1 ਘਟਾ ਤਾ 3। ਐਵੇਂ ਇੱਥੇ 7 ਦੇ ਵਿੱਚੋਂ 6 ਘਟਾ ਦਾਂਗੇ, 1 ਆ ਗਿਆ। 4 ਦੇ ਵਿੱਚ 2 ਘਟਾ ਤੇ 2 ਆ ਗਿਆ। 8 ਦੇ ਵਿੱਚੋਂ 5 ਘਟਾ ਤੇ 3 ਆ ਗਿਆ। ਐਵੇਂ ਆਪਾਂ ਇੱਥੇ ਕਰਾਂਗੇ 7 ਦੇ ਵਿੱਚੋਂ 4 ਘਟਾ ਤੇ 3 ਆ ਜੂ। 9 ਦੇ ਵਿੱਚੋਂ 5 ਘਟਾ ਦਾਂਗੇ 4 ਆ ਜੂ। 8 ਦੇ ਵਿੱਚੋਂ 6 ਘਟਾ ਦਾਂਗੇ 2 ਆ ਜੂ। ਤਾਂ 342 ਹੈ ਜਿਹੜਾ ਇਹਦੇ ਲਈ ਸਹੀ ਆਪਸ਼ਨ ਆਏਗੀ। ਤੀਜੀ ਆਪਸ਼ਨ 342। ਅਗਲਾ, ਹੇਠਾਂ ਦਿੱਤੇ ਗਏ ਚਿੱਤਰਾਂ ਵਿੱਚੋਂ ਕਿਹੜਾ ਚਿੱਤਰ ਪ੍ਰਸ਼ਨ ਵਿੱਚ ਦਿੱਤੇ ਗਏ 3 ਸ਼ਬਦਾਂ ਦਾ ਸਹੀ ਸੰਬੰਧ ਦਰਸਾਉਂਦਾ ਹੈ? ਇਹ ਆਪਾਂ ਦੱਸਣਾ ਵੀ ਆਪਣੇ ਕੋਲ ਉੱਤਰ ਆ ਦਿੱਤੇ ਹੋਏ ਨੇ, ਦੱਸਣਾ ਵੀ ਕਿਹੜਾ ਇਹਨਾਂ ਦੇ ਸਹੀ ਸੰਬੰਧ ਨੂੰ ਦਰਸਾਉਂਦਾ ਹੈ। ਹੁਣ ਪਹਿਲਾ, ਜੱਜ ਚੋਰ ਅਪਰਾਧੀ। ਠੀਕ ਹੈ ਬੇਟਾ, ਜੱਜ ਚੋਰ ਅਪਰਾਧੀ। ਚੋਰੀ ਕਰਨਾ ਵੀ ਇੱਕ ਅਪਰਾਧ ਹੈ, ਮਤਲਬ ਅਪਰਾਧੀਆਂ ਦੇ ਵਿੱਚ ਹੀ ਕੀ ਆ ਜਾਣਗੇ? ਚੋਰ। ਪਰ ਜੱਜ ਦਾ ਇਹਨਾਂ ਦੇ ਨਾਲ ਕੋਈ ਕਨੈਕਸ਼ਨ ਨਹੀਂ ਹੈ। ਇਹਦੇ ਲਈ ਸਹੀ ਆਪਸ਼ਨ ਈ ਆਏਗੀ। ਠੀਕ ਹੈ ਬੇਟਾ, ਚੌਥੀ ਆਪਸ਼ਨ ਇਹਦੇ ਲਈ ਸਹੀ ਆਏਗੀ ਈ। ਠੀਕ ਹੈ, ਅੱਗੇ ਭਾਸ਼ਾਵਾਂ ਫਰੈਂਚ ਅਤੇ ਜਰਮਨ। ਭਾਸ਼ਾਵਾਂ ਫਰੈਂਚ ਅਤੇ ਜਰਮਨ, ਜਰਮਨ ਅਤੇ ਫਰੈਂਚ ਦੋਨੇ ਭਾਸ਼ਾਵਾਂ ਨੇ। ਤਾਂ ਇਹਦੇ ਲਈ ਇਹ ਡਾਇਗਰਾਮ ਸਹੀ ਆਏਗੀ। ਕਿਹੜੀ ਆ ਵੀ ਇਹ? ਬੀ। ਤਾਂ ਇਹਦੇ ਲਈ ਬੀ ਆਪਸ਼ਨ ਆ ਜਿਹੜੀ ਉਹ ਸਹੀ ਆਏਗੀ। ਠੀਕ ਹੈ, ਪਹਿਲੀ ਗਾਜਰ ਭੋਜਨ ਸਬਜ਼ੀਆਂ। ਭੋਜਨ, ਸਭ ਤੋਂ ਪਹਿਲਾਂ ਭੋਜਨ ਆ ਗਿਆ। ਭੋਜਨ ਦੇ ਵਿੱਚ ਕੀ ਆ ਜਾਣਗੀਆਂ ਵੀ? ਸਬਜ਼ੀਆਂ। ਸਬਜ਼ੀਆਂ ਦੇ ਵਿੱਚ ਕੀ ਆ ਜੂਗੀ? ਗਾਜਰ। ਠੀਕ ਹੈ, ਇਹ ਡਾਇਗਰਾਮ ਇਹਦੇ ਲਈ ਬਣੇਗੀ। ਦੇਖੋ ਵੀ ਕਿਹੜੀ ਹੈ ਇਹ? ਪਹਿਲੀ ਏ। ਅਤੇ ਇਹਦੇ ਲਈ ਪਹਿਲੀ ਏ ਆ ਜਿਹੜੀ ਉਹ ਸਹੀ ਆਪਸ਼ਨ ਹੋਏਗੀ। ਥਣਧਾਰੀ ਗਾਵਾਂ ਕਾਂ। ਥਣਧਾਰੀ ਪਸ਼ੂਆਂ ਦੇ ਵਿੱਚ ਗਾਵਾਂ ਆਉਂਦੀਆਂ ਨੇ, ਕਾਂ ਦਾ ਇਹਨਾਂ ਨਾਲ ਕੋਈ ਵੀ ਕਨੈਕਸ਼ਨ ਨਹੀਂ ਹੈ। ਠੀਕ ਹੈ, ਇਹਦੇ ਲਈ ਇਹ ਡਾਇਗਰਾਮ ਬਣੇਗੀ। ਦੇਖੋ ਕਿਹੜੀ ਹੈ ਇਹ? ਕਿਹੜੀ ਹੈ ਬੇਟਾ ਇਹ? ਈ। ਇਹਦੇ ਲਈ ਵੀ ਈ ਆ ਜਿਹੜੀ ਆਪਸ਼ਨ ਸਹੀ ਬਣੇਗੀ, ਤੀਜੀ। ਠੀਕ ਹੈ, ਜਾਂ ਸਿੰਪਲੀ ਸੀ। ਉਦੋਂ ਅੱਗੇ, ਜੇ ਆਸਮਾਨ ਤਾਰਾ ਹੈ, ਤਾਰਾ ਬੱਦਲ ਹੈ, ਬੱਦਲ ਧਰਤੀ ਹੈ, ਧਰਤੀ ਦਰਖਤ ਹੈ,
ਅਤੇ ਦਰਖਤ ਕਿਤਾਬ ਹੈ ਤਾਂ ਪੰਛੀ ਕਿੱਥੇ ਉੱਡਣਗੇ। ਠੀਕ ਹੈ, ਦੇਖੋ ਵੀ ਸੌਖਾ ਹੀ ਹੈ, ਤਾਂ ਔਖਾ ਹੀ ਹੈ ਨਾ। ਆਸਮਾਨ ਤਾਰਾ ਹੈ, ਪੰਛੀ ਕਿੱਥੇ ਉੱਡਦੇ ਨੇ, ਆਸਮਾਨ ਦੇ ਵਿੱਚ। ਆਸਮਾਨ ਨੂੰ ਕੀ ਕਹਿ ਰਹੇ ਨੇ ਵੀ ਇਹ ਤਾਰਾ ਹੈ, ਤਾਂ ਪੰਛੀ ਕਿੱਥੇ ਉੱਡਣਗੇ, ਤਾਰਾ 'ਚ। ਇੱਕ ਨਿਸ਼ਚਿਤ ਕੋਡ ਵਿੱਚ ਦਸੰਬਰ ਨੂੰ ERMBCEDE ਲਿਖਿਆ ਜਾਂਦਾ ਹੈ, ਉਸੇ ਕੋਡ ਵਿੱਚ ERMBVENO ਨੂੰ ਕਿਸ ਸ਼ਬਦ ਨੂੰ ਲਿਖਿਆ ਜਾਏਗਾ। ਠੀਕ ਹੈ, ਇਹ ਆ ਜਿਹੜਾ ਕਿਸ ਸ਼ਬਦ ਨੂੰ ਲਿਖਿਆ ਜਾਏਗਾ ਆਪਾਂ ਦੱਸਣਾ। ਕੀ ਕੀਤਾ ਵੀ, ਦੇਖੋ ਇਹ ਕਿਵੇਂ ਬਣਿਆ। ਇਹਦੇ ਤੋਂ ਪਿਛਲੇ ਪਾਸੋਂ ਸ਼ੁਰੂ ਕਰਕੇ ਦੋ ਦੋ ਅੱਖਰ ਲਿਖੇ ਹੋਏ ਨੇ। ਦੇਖੋ ER ਪਹਿਲੇ ਦੋ ਅੱਖਰ, ਇਹਦੇ ਪਿਛਲੇ ਦੋ ਅੱਖਰ, ਅੱਗੇ MB, ਇਹਦੇ ਅੱਗੇ MB, ਫਿਰ ਅੱਗੇ CE, ਫਿਰ CE, ਫਿਰ DE, ਫਿਰ DE। ਅਸੀਂ ਆਪਾਂ ਇਹਦੇ ਲਈ ਕਰਾਂਗੇ, ਪਿਛਲੇ ਪਾਸੋਂ ਸ਼ੁਰੂ ਕਰਾਂਗੇ। ਠੀਕ ਹੈ, N ਵਾਲੇ ਪਾਸੋਂ, NO ਤੋਂ। ਦੇਖੋ ਵੀ NO, ਅੱਗੇ ਫਿਰ VE, ਫਿਰ ਅੱਗੇ MB, ਫਿਰ ਅੱਗੇ ER, ਮਤਲਬ ਕਿ ਕਿਵੇਂ ਲਿਖਿਆ ਜਾਊਗਾ, ਨਵੰਬਰ। ਕਿਹੜੀ ਆਪਸ਼ਨ ਸਹੀ ਬਣੇਗੀ ਬੇਟਾ, ਚੌਥੀ ਆਪਸ਼ਨ ਇਹਦੇ ਲਈ ਸਹੀ ਬਣੇਗੀ। ਇੱਕ ਨਿਸ਼ਚਿਤ, ਕਿਸੇ ਨਿਸ਼ਚਿਤ ਭਾਸ਼ਾ ਵਿੱਚ COVET ਨੂੰ FRYHW ਲਿਖਿਆ ਜਾਂਦਾ ਹੈ, ਤਾਂ ਕਿਹੜੇ ਸ਼ਬਦ ਨੂੰ SHDUO ਲਿਖਿਆ ਜਾਏਗਾ। ਦੇਖੋ ਕੀ ਲਿਖਿਆ ਹੋਇਆ, C ਨੂੰ ਲਿਖਿਆ ਹੈ DE ਛੱਡ ਤੇ F ਲਿਖਿਆ, O ਨੂੰ ਕੀ ਲਿਖਿਆ ਵੀ, O ਨੂੰ PQR ਲਿਖਿਆ ਹੈ ਨਾ, ਅੱਗੇ V ਨੂੰ WXY ਲਿਖਿਆ ਹੋਇਆ, E ਨੂੰ FG ਛੱਡ ਤਾਂ H ਲਿਖਿਆ ਹੋਇਆ, T ਨੂੰ UV ਛੱਡ ਤੇ W। ਮਤਲਬ ਕੀ ਲਿਖਿਆ ਬੇਟਾ, ਹਰੇਕ ਵਰਡ ਦੇ ਲਈ ਦੋ ਅੱਖਰ ਛੱਡ ਕੇ, ਅਗਲੇ ਦੋ ਅੱਖਰ ਛੱਡ ਕੇ ਅਗਲਾ ਅੱਖਰ ਲਿਖਿਆ ਹੋਇਆ। ਹੁਣ ਦੇਖੋ ਕੁਐਸਚਨ ਨੂੰ ਧਿਆਨ ਨਾਲ ਪੜ੍ਹੋ, ਕਹਿੰਦੇ ਕਿਹੜੇ ਸ਼ਬਦ ਨੂੰ ਇਹ ਲਿਖਿਆ ਜਾਏਗਾ। ਹੁਣ ਆਪਾਂ ਇਹ ਨਹੀਂ ਦੱਸਣਾ ਵੀ ਇਹਨੂੰ ਕਿਵੇਂ ਲਿਖਿਆ ਜਾਏਗਾ, ਇਹ ਲਿਖਿਆ ਕਹਿੰਦੇ ਕਿਹੜੇ ਸ਼ਬਦ ਨੂੰ ਇਸ ਕੋਡ ਵਿੱਚ ਐਵੇਂ ਲਿਖਿਆ ਜਾਏਗਾ। ਮਤਲਬ ਜੇ ਆਪਾਂ ਇੱਥੇ ਦੋ ਅੱਗੇ ਵਧਾ ਕੇ ਲਿਖਦੇ ਸੀ, ਤਾਂ ਹੁਣ ਇੱਥੇ ਆਪਾਂ ਘਟਾ ਕੇ ਲਿਖਾਂਗੇ। ਇਸ ਨੂੰ ਪਿੱਛੇ ਦੇਖਾਂਗੇ, ਇਸ ਦਾ ਪਿਛਲੇ ਦੋ ਅੱਖਰ ਛੱਡ ਕੇ। ਠੀਕ ਹੈ, ਇਸ ਲਈ ਫਿਰ ਆਪਾਂ ਪਿੱਛੇ ਜਾਵਾਂਗੇ, R ਅਤੇ Q ਛੱਡ ਦਾਂਗੇ, ਤਾਂ ਇਸ ਲਈ ਕੀ ਲਿਖਿਆ ਜਾਊਗਾ, P। H ਨੂੰ ਪਿੱਛੇ ਜਾਵਾਂਗੇ ਵੀ ਦੋ, F ਅਤੇ G ਛੱਡ ਦਾਂਗੇ, ਕੀ ਲਿਖਿਆ ਜਾਊਗਾ, E ਲਿਖਿਆ ਜਾਊਗਾ। ਠੀਕ ਹੈ, D ਵਾਸਤੇ ਵੀ ਪਿੱਛੇ ਜਾਵਾਂਗੇ, ਕੀ ਲਿਖਿਆ ਜਾਊਗਾ, A ਲਿਖਿਆ ਜਾਊ, ਦੋ ਛੱਡ ਕੇ BC ਛੱਡੇ ਜਾਣਗੇ। U ਵਾਸਤੇ ਵੀ ਪਿਛਲੇ ਦੋ ਛੱਡੇ ਜਾਣਗੇ ਵੀ, S ਅਤੇ T ਛੱਡੇ ਜਾਣਗੇ, R ਲਿਖਿਆ ਜਾਊਗਾ। ਨਵੀਂ O ਵਾਸਤੇ ਵੀ ਪਿਛਲੇ ਦੋ ਛੱਡੇ ਜਾਣਗੇ, M ਅਤੇ N, ਮਤਲਬ ਕੀ ਲਿਖਿਆ ਜਾਊਗਾ, L। ਤਾਂ ਇਸ ਵਰਡ ਨੂੰ PEARL ਨੂੰ ਇਸ ਕੋਡ ਵਿੱਚ SHDUO ਲਿਖਿਆ ਜਾਏਗਾ। ਠੀਕ ਹੈ, ਇਹਦੇ ਲਈ ਚੌਥੀ ਆਪਸ਼ਨ ਸਹੀ ਬਣੇਗੀ। ਅੱਗੇ ਫਿਰ ਕਿਸੇ ਕੋਡ ਵਿੱਚ ਫੇਵਰ, ਅਗਲਾ ਕੁਐਸਚਨ, ਫੇਵਰ ਨੂੰ ਕਿਸੇ ਕੋਡ ਵਿੱਚ, ਦੇਖੋ ਥੋੜ੍ਹਾ ਜਿਹਾ, EBUPTS ਲਿਖਿਆ ਜਾਂਦਾ ਹੈ, ਤਾਂ ਉਸੇ ਕੋਡ ਵਿੱਚ DANGER ਨੂੰ ਕਿਵੇਂ ਲਿਖਿਆ ਜਾਏਗਾ। ਦੇਖੋ ਬੇਟਾ ਕਿਵੇਂ ਲਿਖਿਆ ਜਾਏਗਾ, ਇਹ ਆਪਾਂ ਦੇਖਣਾ ਸੀ। ਫੇਵਰ ਨੂੰ ਆਪਾਂ ਦੇਖਣਾ, ਫੇਵਰ ਨੂੰ ਇਹਨਾਂ ਨੇ ਲਿਖਿਆ ਹੋਇਆ ਐਵੇਂ, ਪਹਿਲਾਂ ਆਪਾਂ ਇਹ ਪਤਾ ਕਰਦੇ ਹਾਂ, ਫਿਰ ਆਪਾਂ ਐਵੇਂ ਲਿਖਾਂਗੇ ਵੀ ਇਹਨੂੰ ਕਿਵੇਂ ਲਿਖਿਆ ਜਾਏਗਾ। ਦੇਖੋ F ਨੂੰ ਇਹਨਾਂ ਨੇ ਕੀ ਲਿਖਿਆ, E ਲਿਖਿਆ, ਮਤਲਬ ਪਿਛਲਾ ਅੱਖਰ ਲਿਖਿਆ। A ਨੂੰ ਕੀ ਲਿਖਿਆ ਇਹਨਾਂ ਨੇ, V, ਮਤਲਬ ਅਗਲਾ ਅੱਖਰ ਲਿਖਿਆ। V ਵਾਸਤੇ U ਲਿਖਤਾ ਪਿਛਲਾ, O ਵਾਸਤੇ ਅਗਲਾ ਲਿਖਤਾ P, U ਵਾਸਤੇ ਪਿਛਲਾ T ਲਿਖਤਾ, R ਵਾਸਤੇ ਅਗਲਾ S ਲਿਖਤਾ। ਮਤਲਬ ਇੱਕ ਵਾਰੀ ਪਿਛਲਾ, ਇੱਕ ਵਾਰੀ ਅਗਲਾ, ਇੱਕ ਵਾਰੀ ਪਿਛਲਾ ਅੱਖਰ, ਇੱਕ ਵਾਰੀ ਅਗਲਾ ਅੱਖਰ। ਤਾਂ ਇਹਦੇ ਲਈ ਵੀ ਆਪਾਂ ਉਵੇਂ ਕਰਾਂਗੇ। ਤਾਂ D ਤੋਂ ਪਹਿਲਾਂ ਪਿਛਲਾ ਲਿਖਣਾ, ਮਤਲਬ ਕੀ ਲਿਖਾਂਗੇ ਬੇਟਾ, D ਤੋਂ ਪਿਛਲਾ C, ਅੱਗੇ A ਤੋਂ ਅਗਲਾ ਕੀ ਲਿਖਾਂਗੇ, B, N ਤੋਂ ਪਿਛਲਾ ਕੀ ਲਿਖਾਂਗੇ, M, G ਤੋਂ ਅਗਲਾ ਕੀ ਲਿਖਾਂਗੇ ਬੇਟਾ, H, E ਤੋਂ ਪਿਛਲਾ D ਲਿਖਾਂਗੇ, R ਤੋਂ ਅਗਲਾ S ਲਿਖਾਂਗੇ। ਇਹ ਇਹਦੇ ਲਈ ਸਹੀ ਆਪਸ਼ਨ ਬਣੂਗੀ CBMHDS। ਇਹ ਦੇਖ ਲਓ ਵੀ ਕਿਹਦੇ ਵਿੱਚ ਆਉਂਦਾ, CBMHDS ਕੀ 'ਚ ਆਉਂਦਾ ਬੇਟਾ, ਦੂਜੀ ਆਪਸ਼ਨ 'ਚ ਆਉਂਦਾ। ਇਹ ਆਪਸ਼ਨ ਇਹਦੇ ਲਈ ਸਹੀ ਹੈ। ਅਗਲਾ ਕੁਐਸਚਨ,
ਕਿਸੇ ਨਿਸ਼ਚਿਤ ਕੋਡ ਵਿੱਚ CAT ਨੂੰ SATC ਅਤੇ DEAR ਨੂੰ SEARD ਲਿਖਿਆ ਜਾਂਦਾ ਹੈ। ਉਸੇ ਕੋਡ ਵਿੱਚ SING ਨੂੰ ਕਿਵੇਂ ਲਿਖਿਆ ਜਾਵੇਗਾ ਇਹ ਆਪਾਂ ਦੇਖਣਾ। ਦੇਖੋ ਕੀ ਲਿਖਿਆ, ਜਿਹੜਾ ਇਹ ਅੰਕ C ਆ ਇਹ ਪਿੱਛੇ ਲਿਆਉਂਦੇ ਨੇ। ਪਹਿਲਾ ਅੱਖਰ ਆ ਜਿਹੜਾ ਪਿੱਛੇ ਚਲਾ ਜਾਂਦਾ, ਮਤਲਬ ਸ਼ੁਰੂ ਕਿੱਥੋਂ ਹੁੰਦਾ, ਦੂਜੇ ਤੋਂ। ਇੱਕ S ਹੈ ਜਿਹੜੀ ਉਹ ਮੂਹਰੇ ਲਾਤੀ ਜਾਂਦੀ ਹੈ, ਮਤਲਬ ਜਿਵੇਂ ਇਹਨਾਂ ਨੇ ਕੈਟ ਨੂੰ ਲਿਖਿਆ, ਕਿਵੇਂ ਲਿਖਿਆ, A ਤੋਂ ਸ਼ੁਰੂ ਕਰਾਂਗੇ। ਪਹਿਲਾਂ S ਤਾਂ ਲਾਉਣੀ ਲਾਉਣੀ ਹੈ ਹਰੇਕ 'ਚ, ਤਾਂ A ਤੋਂ ਸ਼ੁਰੂ ਕਰਕੇ ATC ਆ ਜਿਹੜਾ ਪਹਿਲਾ ਅੱਖਰ ਹੈ ਇਹ ਐਂਡ 'ਤੇ ਜਾਊਗਾ। ਐਵੇਂ ਹੀ ਇਹਨਾਂ ਨੇ ਇਹਦੇ ਲਈ ਕੀਤਾ, ਡੀਅਰ ਲਈ ਕਿਵੇਂ ਕੀਤਾ ਵੀ ਇੱਕ ਤਾਂ S ਮੂਹਰੇ ਲਾਉਣੀ ਹੈ। S ਸ਼ੁਰੂ ਕਿੱਥੋਂ ਕਰਨਾ, E ਤੋਂ। EAR ਜਿਹੜਾ ਪਹਿਲਾ ਅੱਖਰ ਆ ਜਮਾਂ ਮਗਰ ਚਲਾ ਜਾਏਗਾ, SEARD ਐਂ ਲਿਖਿਆ ਹੋਇਆ, ਠੀਕ ਹੈ। ਆਪਾਂ ਇਹਨੂੰ ਲਿਖਾਂਗੇ ਆਪਣੇ ਵਾਲੇ ਨੂੰ। S ਤਾਂ ਲਿਖਣੀ ਹੈ, ਠੀਕ ਹੈ। ਉਦੋਂ ਬਾਅਦ I ਤੋਂ ਸ਼ੁਰੂ ਕਰਾਂਗੇ, ING। ਇੱਕ ਜਿਹੜੀ ਆਹ S ਆ ਇਹ ਜਮਾਂ ਪਿੱਛੇ ਚਲੀ ਜਾਏਗੀ, ਇੱਥੇ ਲੱਗ ਜਾਏਗੀ SINGS। ਇਹ ਇਹਦੇ ਲਈ ਸਿੰਗਸ, ਇਹ ਇਹਦੇ ਲਈ ਸਹੀ ਆਪਸ਼ਨ ਬਣੇਗੀ ਤੀਜੀ, ਠੀਕ ਹੈ। ਦੇਖੋ ਪਹਿਲਾਂ ਤਾਂ S ਲਾਉਣੀ ਆ ਮੂਹਰੇ, ਠੀਕ ਹੈ। ਦੂਜੇ ਤੋਂ ਸ਼ੁਰੂ ਕਰਨਾ, ਦੂਜੇ ਤੋਂ ਸ਼ੁਰੂ ਕਰਕੇ ਖਾਤਮਾ ਜਿਹੜਾ ਉਹ ਪਹਿਲੇ ਅੱਖਰ 'ਤੇ ਕਰਨਾ, ATC। ਇਹਦੇ ਲਈ ਵੀ ਆਪਾਂ ਉਵੇਂ ਕੀਤਾ, ਇਹਦੇ ਲਈ ਤੀਜੀ ਆਪਸ਼ਨ ਸਹੀ ਬਣ ਗਈ। ਉਹਦੇ ਬਾਅਦ ਜੇਕਰ ਇੰਗਲੈਂਡ ਨੂੰ 1 2 3 4 5 6 5 2 6 ਅਤੇ ਫਰਾਂਸ ਨੂੰ 7 8 5 2 9 1 ਲਿਖਿਆ ਜਾਂਦਾ, ਤਾਂ ਗ੍ਰੀਸ ਨੂੰ ਕਿਵੇਂ ਲਿਖਿਆ ਜਾਏਗਾ। ਦੇਖੋ ਬੇਟਾ ਇਹ ਇਹਨਾਂ ਦੇ ਕੋਡ ਹੀ ਦਿੱਤੇ ਹੋਏ ਨੇ, ਮਤਲਬ E ਦਾ ਕੋਡ ਆ ਜਿਹੜਾ ਉਹ 1 ਦਿੱਤਾ, E ਦਾ ਕੋਡ 1 ਦਿੱਤਾ, N ਦਾ ਕੋਡ 2 ਦਿੱਤਾ, G ਦਾ ਕੋਡ 3 ਦਿੱਤਾ, L ਦਾ ਕੋਡ 4 ਦਿੱਤਾ, A ਦਾ ਕੋਡ 5 ਦਿੱਤਾ, N ਦਾ ਕੋਡ 2 ਅਤੇ D ਦਾ ਕੋਡ 6। ਐਵੇਂ ਇਹਦੇ ਵੀ ਇਹ ਕੋਡ ਲਿਖੇ ਹੋਏ ਨੇ, ਆਪਾਂ ਕੋਡ ਹੀ ਭਰਨਾ। ਤਾਂ ਪਹਿਲਾਂ ਆਪਾਂ G ਦਾ ਕੋਡ ਦੇਖਾਂਗੇ ਵੀ ਕੀ ਹੈ। G ਕਿੰਨਵੇਂ ਨੰਬਰ 'ਤੇ, ਇੱਥੇ ਤੀਜੇ 'ਤੇ, ਇੱਥੇ ਤੀਜੇ ਨੰਬਰ 'ਤੇ 3 ਆਉਂਦਾ, ਤਾਂ G ਆ ਜਿਹੜਾ ਤੀਜੇ ਤੋਂ ਸ਼ੁਰੂ ਹੋਊਗਾ। R ਵਾਸਤੇ ਕੋਡ ਕੀ ਹੈ ਵੀ ਇਹਦੇ ਵਿੱਚ ਦੂਜਾ ਕੀ ਹੈ 8। E ਵਾਸਤੇ ਕੋਡ E ਕੀ ਹੈ ਪਹਿਲਾ ਅੰਕ ਕੀ ਹੈ 1, 2 ਵਾਰੀ E ਹੈ ਤਾਂ 2 ਵਾਰੀ 1 ਲਿਖਾਂਗੇ। ਅੱਗੇ C ਦਾ ਕੋਡ ਇਹਦੇ ਵਿੱਚ ਪਿੱਛੋਂ 1 ਛੱਡ ਕੇ 9, ਫਿਰ ਆ ਬਣੂਗਾ E ਦਾ ਕੋਡ 1 ਹੈ 38 11 91। ਇਹਦੇ ਲਈ ਸਹੀ ਆਪਸ਼ਨ ਬਣੇਗੀ ਜਿਹੜੀ ਆਪਸ਼ਨ ਹੈ ਬੇਟਾ ਉਹ ਦੂਜੀ ਆਪਸ਼ਨ ਹੈ, ਠੀਕ ਹੈ। ਕੋਡ ਹੀ ਦਿੱਤੇ ਹੋਏ ਸੀ, ਸਿੰਪਲ ਸੀ। ਅਗਲਾ ਕੁਐਸਚਨ, ਜੇ ਨੋਇਡਾ ਨੂੰ 3 9 6 5 8 ਲਿਖਿਆ ਜਾਂਦਾ ਤਾਂ ਇੰਡੀਆ ਨੂੰ ਕਿਵੇਂ ਲਿਖਿਆ ਜਾਏਗਾ। ਇਹ ਵੀ ਇਹਦੇ ਕੋਡ ਦਿੱਤੇ ਹੋਏ ਨੇ, ਕੋਈ ਉਲਝਣ ਦੀ ਲੋੜ ਨਹੀਂ। N ਦਾ ਕੋਡ 3 ਦਿੱਤਾ, O ਦਾ ਕੋਡ 9 ਦਿੱਤਾ, I ਦਾ ਕੋਡ 6 ਦਿੱਤਾ, D ਦਾ ਕੋਡ 5, A ਦਾ ਕੋਡ 8। ਤਾਂ ਆਪਾਂ ਭਰ ਦਿੰਦੇ ਹਾਂ। I ਦਾ ਕੋਡ ਕਿੰਨਾ ਦਿੱਤਾ ਬੇਟਾ ਆਪਾਂ ਨੂੰ 6, N ਦਾ ਕੋਡ 3, D ਦਾ ਕੋਡ 5, I ਦਾ ਕੋਡ 6 ਅਤੇ A ਦਾ ਕੋਡ ਆਪਾਂ ਨੂੰ ਕਿੰਨਾ ਦਿੱਤਾ 8। ਤਾਂ ਇਹਦੇ ਲਈ ਸਹੀ ਆਪਸ਼ਨ ਬਣੂਗੀ 63 568। 63 568 ਕਿਹੜੀ ਆਪਸ਼ਨ ਹੈ ਬੇਟਾ ਇਹ 63 568 ਦੂਜੀ ਆਪਸ਼ਨ ਹੈ, ਦੂਜੀ ਆਪਸ਼ਨ ਇਹਦੇ ਲਈ ਸਹੀ ਹੈ। ਅਗਲਾ ਕੈਲੰਡਰ ਦੇ ਵਿੱਚੋਂ ਹੈ, ਜੇਕਰ 1 ਜਨਵਰੀ 1992 ਨੂੰ ਬੁੱਧਵਾਰ ਸੀ, ਕਹਿੰਦੇ 1 ਜਨਵਰੀ 1993 ਨੂੰ ਕਿਹੜਾ ਦਿਨ ਹੋਏਗਾ। ਦੇਖੋ ਬੇਟਾ ਆਪਾਂ ਕੈਲੰਡਰ 'ਤੇ ਪੂਰੀ ਵੀਡੀਓ ਬਣਾਈ ਸੀ, ਉਹਦੇ ਵਿੱਚ ਸ਼ੁਰੂ 'ਚ ਹੀ ਮੈਂ ਤੁਹਾਨੂੰ ਇਹ ਗੱਲਾਂ ਨੋਟ ਕਰਨ ਵਾਸਤੇ ਕਹੀਆਂ ਸੀ ਵੀ ਇੱਕ ਆਮ ਸਾਲ ਦੇ ਵਿੱਚ 1 ਦਿਨ ਵਾਧੂ ਹੁੰਦਾ, 1 ਦਿਨ ਸ਼ਿਫਟ ਹੋਊਗਾ, ਠੀਕ ਹੈ। ਪਰ ਜੇ ਲੀਪ ਦਾ ਸਾਲ ਆ ਉਹਦੇ ਵਿੱਚ 2 ਦਿਨ ਵਾਧੂ ਦਿਨ ਹੋਣਗੇ। ਤਾਂ 2 ਦਿਨ ਵਾਧੂ ਦਿਨ ਹੋਣਗੇ ਕਿਉਂਕਿ 92 ਹੈ ਜਿਹੜਾ ਉਹ ਲੀਪ ਦਾ ਸਾਲ ਹੈ। 1992 ਲੀਪ ਦਾ ਸਾਲ ਹੈ ਤਾਂ ਇਹਦੇ ਵਿੱਚੋਂ 1993 ਤੱਕ 2 ਦਿਨ ਵੱਧ ਜਾਣਗੇ, ਠੀਕ ਹੈ। ਜੇ ਹੁਣ 1 ਜਨਵਰੀ 1992 ਨੂੰ ਬੁੱਧਵਾਰ ਸੀ ਤਾਂ 1 ਜਨਵਰੀ 1993 ਨੂੰ ਵੀਰਵਾਰ ਸ਼ੁੱਕਰਵਾਰ ਹੋਏਗਾ, 2 ਦਿਨ ਵੱਧ ਜਾਣਗੇ, ਠੀਕ ਹੈ। ਚੌਥੀ ਆਪਸ਼ਨ ਇਹਦੇ ਲਈ ਸਹੀ ਬਣੇਗੀ। ਅੱਗੇ ਸਮੀਕਰਨ ਹੱਲ ਕਰਨ ਲਈ ਗਣਿਤਕ ਚਿੰਨ੍ਹਾਂ ਦਾ ਠੀਕ ਅਤੇ ਢੁਕਵਾਂ ਸਮੂਹ ਲੱਭੋ, ਠੀਕ ਹੈ। 40ਵਾਂ ਇਹਦੇ ਲਈ ਜਿਹੜੀ ਸਹੀ ਆਪਸ਼ਨ ਹੈ ਉਹ ਪਹਿਲੀ ਬਣੂਗੀ। ਪਹਿਲੇ ਜੇ ਆਪਾਂ ਚਿੰਨ੍ਹ ਵਰਤ ਲਾਂਗੇ ਤਾਂ ਇਹ ਸਮੀਕਰਨ ਸਹੀ ਬਣ ਜਾਏਗੀ, ਠੀਕ ਹੈ। ਆਪਾਂ ਕਰਕੇ ਦੇਖਦੇ ਹਾਂ। 24 + 16 - 8 = 32। ਇਹ 32 ਦੇ ਬਰਾਬਰ ਹੋਣਾ ਚਾਹੀਦਾ। ਚਲੋ 24 ਅਤੇ 16 ਕਿੰਨੇ ਹੋ ਜਾਣਗੇ 40।
40 माइनस 8 बराबर 32 हो गया ना बेटा, बराबर बराबर हो गए। ਤਾਂ ਇਸ ਕਰਕੇ ਇਹਦੇ ਲਈ ਪਹਿਲਾ ਹੀ ਜਿਹੜੀ ਆਪਸ਼ਨ ਹੈ ਉਹ ਚਿੰਨ੍ਹ ਵਰਤ ਕੇ ਆਪਾਂ ਇਹਨੂੰ ਸਮੀਕਰਨ ਨੂੰ ਸਹੀ ਕਰ ਸਕਦੇ ਹਾਂ। ਪਹਿਲੀ ਆਪਸ਼ਨ ਇਹਦੇ ਲਈ ਸਹੀ ਹੈ। ਉਦੋਂ ਅੱਗੇ 41ਵਾਂ, ਇਹਦੇ ਵਿੱਚ ਵੀ ਆਪਾਂ ਚਿੰਨ੍ਹਾਂ ਦਾ ਪ੍ਰਯੋਗ ਕਰਨਾ। ਇਹਦੇ ਲਈ ਬੇਟਾ ਜਿਹੜਾ ਸਹੀ ਆਪਸ਼ਨ ਬਣੂਗੀ ਉਹ ਤੀਜੀ ਬਣੇਗੀ। ਕਰਕੇ ਦੇਖ ਲੈਂਦੇ ਆਪਾਂ। 20/2 20/2 + 4 - 2 ਬਰਾਬਰ 12 ਦੇ ਹੋਣਾ ਚਾਹੀਦਾ। ਠੀਕ ਹੈ, ਹੱਲ ਕਰਦੇ ਹਾਂ। 20 ਨੂੰ 2 ਨਾਲ ਭਾਗ ਕਰ ਦਾਂਗੇ 10 + 4 - 2, 10 ਤੇ 4 14, 14 'ਚ 2 ਕੱਢਾਂਗੇ 12, 12 ਬਰਾਬਰ 12 ਹੋ ਗਿਆ। ਤਾਂ ਤੀਜੀ ਆਪਸ਼ਨ ਭਰ ਕੇ ਤੀਜੇ ਗਣਿਤਕ ਚਿੰਨ੍ਹਾਂ ਦਾ ਪ੍ਰਯੋਗ ਕਰਕੇ ਇਹ ਸਮੀਕਰਨ ਸੈਟਿਸਫਾਈ ਹੋ ਜਾਂਦੀ ਹੈ। ਠੀਕ ਹੈ ਬੇਟਾ, ਤੀਜੀ ਆਪਸ਼ਨ ਇਹਦੇ ਲਈ ਸਹੀ ਬਣੂਗੀ। ਅਗਲਾ ਵੀ ਇਹਦੇ ਵਿੱਚ ਵੀ ਆਪਾਂ ਗਣਿਤਕ ਚਿੰਨ੍ਹਾਂ ਦਾ ਪ੍ਰਯੋਗ ਕਰਕੇ ਦੱਸਣਾ ਵੀ ਕਿਹੜੀ ਬਣੂਗੀ। ਇਹਦੇ ਵਿੱਚ ਪਹਿਲੀ ਬਣ ਜਾਏਗੀ 10 × 3, ਸਟਾਰ ਦੀ ਥਾਂ 'ਤੇ ਆਪਾਂ ਉਹ ਭਰਨੇ ਆ ਚਿੰਨ੍ਹ ਜਿਹੜੇ ਆਪਾਂ ਨੂੰ ਦਿੱਤੇ ਆ, ਭਾਗ 2। ਠੀਕ ਹੈ, 10 × 3 ਭਾਗ 2 - 8 ਬਰਾਬਰ ਕਿਹਦੇ ਹੋਣਾ ਚਾਹੀਦਾ ਹੈ 7 ਦੇ। ਹੱਲ ਕਰ ਲੈਂਦੇ ਹਾਂ। 10 × 3/2 - 8, 5 ਦੂਣੀ 10, ਤਾਂ 5 ਤੀਏ 15 ਹੋ ਗਿਆ। 15 ਚੋਂ 8 ਕੱਢਾਂਗੇ ਕਿੰਨਾ ਬਣ ਜੂ ਬੇਟਾ 7, 7 ਬਰਾਬਰ 7 ਹੋ ਗਿਆ। ਤਾਂ ਇਹ ਸਮੀਕਰਨ ਨੂੰ ਸੰਤੁਸ਼ਟ ਕਰਦਾ ਹੈ। ਇਸ ਕਰਕੇ ਇਹਦੇ ਲਈ ਪਹਿਲੀ ਆਪਸ਼ਨ ਆ ਜਿਹੜੀ ਉਹ ਸਹੀ ਹੋਊਗੀ। ਜਿੱਥੇ ਆ ਤੁਹਾਨੂੰ ਸਟਾਰ ਦਿੱਤੇ ਨੇ ਉੱਥੇ ਤੁਸੀਂ ਆਹ 4 ਆਪਸ਼ਨਾਂ 'ਚ ਪਰ ਵੇਖ ਸਕਦੇ ਹੋ। ਜਿਹਦੇ ਲਈ ਸੈਟਿਸਫੈਕਸ਼ਨ ਹੋਊਗੀ ਸਹੀ ਬਣ ਗਿਆ ਉਹ ਆਪਸ਼ਨ ਸਹੀ ਆ ਜਾਏਗੀ। ਅਗਲਾ ਕੁਐਸਚਨ, ਜੇਕਰ P ਦਾ ਮਤਲਬ ਭਾਗ, Q ਦਾ ਮਤਲਬ ਗੁਣਾ, R ਦਾ ਮਤਲਬ ਪਲੱਸ ਅਤੇ S ਦਾ ਮਤਲਬ ਮਾਈਨਸ ਹੋਵੇ ਤਾਂ। ਠੀਕ ਹੈ, ਕੀ ਕਰਨਾ, ਪਹਿਲਾਂ ਤਾਂ ਨਿਸ਼ਾਨੀਆਂ ਬਦਲ ਦਿਓ, ਜਿਹੜੀ ਚੀਜ਼ ਕਹਿ ਰਿਹਾ ਉਹ ਭਰ ਦਿਓ। ਠੀਕ ਹੈ, Q ਦਾ ਮਤਲਬ ਕੀ ਹੈ ਬੇਟਾ ਗੁਣਾ ਹੈ ਤਾਂ ਮੈਂ ਗੁਣਾ ਲਿਖ ਦੂੰਗਾ। ਦੇਖੋ ਦੁਬਾਰਾ ਥੋੜ੍ਹਾ ਜਿਹਾ 18, Q ਦਾ ਮਤਲਬ ਗੁਣਾ ਹੈ ਤਾਂ ਗੁਣਾ ਭਰ ਦਾਂਗੇ। ਅੱਗੇ P ਦਾ ਮਤਲਬ ਕੀ ਹੈ ਭਾਗ, ਭਾਗ 4, ਅੱਗੇ R ਹੈ, R ਦਾ ਮਤਲਬ ਕੀ ਹੈ ਵੀ, R ਦਾ ਮਤਲਬ ਪਲੱਸ ਹੈ, +5, S ਦਾ ਮਤਲਬ ਮਾਈਨਸ ਹੈ। ਠੀਕ ਹੈ, ਇਹਦਾ ਆਪਾਂ ਮੁੱਲ ਦੱਸਣਾ ਵੀ ਕਿੰਨਾ ਹੋਊਗਾ। ਪਹਿਲਾਂ ਆਪਾਂ ਭਾਗ ਹੱਲ ਕਰਦੇ ਹੁੰਦੇ, ਸਭ ਨੂੰ ਪਤਾ ਹੀ ਹੈ ਬੇਟਾ। ਇਹ 18 ਗੁਣਾ 12 ਨੂੰ 4 ਨਾਲ ਭਾਗ ਕੀਤੀ ਕਿੰਨਾ ਆ ਜਾਊਗਾ 3 + 5 - 6। ਹੁਣ ਗੁਣਾ ਹੱਲ ਕਰਾਂਗੇ। 18 × 54, 54 + 5 - 6, 54 ਤੇ 5 59, 59 ਚੋਂ 6 ਕੱਢ ਦਾਂਗੇ ਕਿੰਨਾ ਬਣ ਜੂ ਬੇਟਾ ਆਪਣੇ ਕੋਲੇ ਸੀ ਆਪਸ਼ਨ 53 ਬਣ ਜੂਗੀ। ਠੀਕ ਹੈ, ਪਹਿਲਾਂ ਤਾਂ ਨਿਸ਼ਾਨੀਆਂ ਚੇਂਜ ਕਰ ਦਿਓ ਜਿਵੇਂ ਕਹਿ ਰਹੇ ਨੇ। ਫਿਰ ਉਦੋਂ ਬਾਅਦ 'ਚ ਆਪਾਂ ਨੂੰ ਤਰੀਕਾ ਪਤਾ ਹੀ ਆ ਵਰਡ ਮਾਸ ਵਾਲਾ। ਜੇ ਬ੍ਰੈਕਟ ਆ ਤਾਂ ਬ੍ਰੈਕਟ ਹੱਲ ਕਰਾਂਗੇ, ਬ੍ਰੈਕਟ ਹੈ ਨਹੀਂ ਤਾਂ ਭਾਗ ਹੱਲ ਕਰਾਂਗੇ, ਫਿਰ ਗੁਣਾ, ਫਿਰ ਜੋੜ, ਫਿਰ ਘਟਾ ਹੱਲ ਕਰਾਂਗੇ। 53 ਇਹਦੇ ਲਈ ਸਹੀ ਆਪਸ਼ਨ ਬਣੇਗੀ ਪਹਿਲੀ। ਠੀਕ ਹੈ ਬੇਟਾ, ਅੱਗੇ ਦੇਖੋ ਇਹਦੇ ਵਿੱਚ ਬ੍ਰੈਕਟਸ ਵੀ ਦਿੱਤੀਆਂ ਨੇ। ਜੇਕਰ A ਦਾ ਮਤਲਬ ਪਲੱਸ, B ਦਾ ਮਤਲਬ ਮਾਈਨਸ, C ਦਾ ਮਤਲਬ ਗੁਣਾ ਹੋਵੇ ਤਾਂ ਇਹਦਾ ਮੁੱਲ ਪਤਾ ਕਰਨਾ। ਠੀਕ ਹੈ, C ਦਾ ਮਤਲਬ ਗੁਣਾ ਹੈ ਤਾਂ 10 × 4 ਬ੍ਰੈਕਟ, 10 × 4 ਬ੍ਰੈਕਟ ਪਲੱਸ, C ਦਾ ਮਤਲਬ, A ਦਾ ਮਤਲਬ ਪਲੱਸ ਸੀ ਤਾਂ ਆਪਾਂ ਪਲੱਸ ਲਿਖਤਾ, 4 × 4 ਕਿਉਂਕਿ C ਦਾ ਮਤਲਬ ਗੁਣਾ ਹੈ, B ਦਾ ਮਤਲਬ ਮਾਈਨਸ ਹੈ ਤਾਂ 6। ਠੀਕ ਹੈ, ਬ੍ਰੈਕਟ ਹੱਲ ਕਰੋ। 10 ਚੌਕਾ 40 ਪਲੱਸ ਬ੍ਰੈਕਟ ਹੱਲ ਕਰੋ, ਚੌਕੀ ਚੌਕੀ 16 ਮਾਈਨਸ ਦਾ 6, 40 ਤੇ 6 ਕਿੰਨੇ, 40 ਤੇ 16 ਕਿੰਨੇ ਹੋ ਜਾਣਗੇ ਬੇਟਾ 40 ਤੇ 16 56 ਮਾਈਨਸ ਦਾ 6, 56 6 ਕੱਢ ਦਾਂਗੇ ਕਿੰਨਾ ਉੱਤਰ ਆ ਜੂ ਆਪਣੇ ਕੋਲੇ 50 ਉੱਤਰ ਆ ਜਾਏਗਾ। 50 ਇਹਦੇ ਲਈ ਸਹੀ ਬਣੇਗੀ। ਤੀਜੀ ਆਪਸ਼ਨ ਇਹਦੇ ਲਈ ਸਹੀ ਆਪਸ਼ਨ ਬਣੇਗੀ। ਅੱਗੇ 45ਵਾਂ ਕੁਐਸਚਨ, ਨਿਤਨ ਦਾ 49 ਬੱਚਿਆਂ ਦੀ ਜਮਾਤ ਵਿੱਚ 18ਵਾਂ ਰੈਂਕ ਹੈ, ਉਸਦਾ ਹੇਠਲੇ ਪਾਸੋਂ ਕਿੰਨਵਾਂ ਰੈਂਕ ਹੈ। ਕਿਹੜਾ, ਇਹ ਕਾਫੀ ਕੁਐਸਚਨ ਹਰ ਵਾਰ ਪੇਪਰ ਦੇ ਵਿੱਚ ਆਉਂਦੇ ਨੇ ਇਹ। ਠੀਕ ਹੈ, ਉੱਪਰਲੇ ਪਾਸੋਂ ਉਹਦਾ ਕਿੰਨਵਾਂ ਸਥਾਨ ਹੈ 18ਵਾਂ। ਦੇਖੋ 18ਵਾਂ ਸਥਾਨ ਹੈ, ਮਤਲਬ 17 ਜਣੇ ਉਹਦੇ ਉੱਪਰ ਨੇ, 18ਵਾਂ ਉਹਦਾ ਸਥਾਨ ਹੈ। ਠੀਕ ਹੈ, ਇੱਕੋ ਆਪ ਹੋ ਗਿਆ ਤਾਂ ਕਿੰਨੇ ਟੋਟਲ ਕਿੰਨੇ ਨੇ ਬੇਟਾ, ਟੋਟਲ ਹੈਗੇ ਨੇ 49 ਤਾਂ 31 ਉਹਦੇ ਥੱਲੇ ਹੋਣਗੇ। ਠੀਕ ਹੈ, ਕਿਉਂਕਿ ਫੇਰ ਹੀ ਬਣਨਗੇ ਨਾ 31 ਤੇ 1 32
31 ਤੇ 31 ਤੇ 17 49 ਟੋਟਲ 49 ਹੋ ਗਏ। ਹੁਣ ਆਪਾਂ ਇੱਧਰਲੇ ਪਾਸੇ ਉਹਦਾ ਸਥਾਨ ਦੇਖਣਾ ਕਿੰਨਵਾਂ ਕਿੰਨਵਾਂ ਵੀ 31 ਤਾਂ ਉਹਦੇ ਥੱਲੇ ਹੋ ਗਏ, ਇੱਕੋ ਆਪ ਹੋ ਗਿਆ। ਕਿੰਨਵੇਂ ਸਥਾਨ 'ਤੇ ਉਹ ਆਪ 32ਵੇਂ ਸਥਾਨ 'ਤੇ ਹੈ। ਦੇਖੋ ਬੇਟਾ 31 ਤਾਂ ਉਹਦੇ ਥੱਲੇ ਹੋ ਗਏ, ਤਾਂ ਉਹ ਆਪ ਕਿੰਨਵੇਂ ਸਥਾਨ 'ਤੇ ਹੋ ਗਿਆ 32ਵੇਂ ਸਥਾਨ 'ਤੇ ਹੈ। ਠੀਕ ਹੈ, ਇਹਦੇ ਲਈ 32ਵਾਂ 32 ਆਪਸ਼ਨ ਸਹੀ ਬਣੇਗੀ ਚੌਥੀ। ਅਗਲਾ ਫਿਰ ਇਹਦੇ ਨਾਲ ਦਾ ਹੈ ਹਮਨ ਦਾ ਉੱਪਰੋਂ 9ਵਾਂ ਰੈਂਕ ਹੈ ਅਤੇ ਹੇਠਲੇ ਪਾਸੋਂ 33ਵਾਂ। ਦੱਸੋ ਜਮਾਤ ਵਿੱਚ ਕਿੰਨੇ ਵਿਦਿਆਰਥੀ ਹਨ। ਇਹ ਵੀ ਪੇਪਰ 'ਚ ਆਉਂਦਾ ਹੁੰਦਾ। ਦੇਖੋ ਉੱਪਰਲੇ ਪਾਸੋਂ ਉਹਦਾ 9ਵਾਂ ਸਥਾਨ ਹੈ, ਮਤਲਬ 8 ਉਹਦੇ ਉੱਪਰ ਨੇ, 9ਵੇਂ ਸਥਾਨ 'ਤੇ ਉਹ ਆਪ ਹੈ, ਇੱਕੋ ਆਪ ਹੋ ਗਿਆ। ਠੀਕ ਹੈ, ਅੱਗੇ 33ਵਾਂ ਰੈਂਕ ਆ ਥਰਡੇ ਪਾਸੋਂ, ਤਾਂ 32 ਉਹਦੇ ਥੱਲੇ ਹੋਣਗੇ, 33ਵਾਂ ਤਾਂ ਉਹ ਆਪ ਹੀ ਹੋ ਜੂ। ਗਿਣ ਲਓ, ਜੋੜ ਲਓ ਕਿੰਨੇ ਹੋ ਗਏ ਵੀ 32 ਤੇ 8 40 ਤੇ 1 41। ਕੁੱਲ ਜਮਾਤ ਵਿੱਚ ਵਿਦਿਆਰਥੀ ਕਿੰਨੇ ਨੇ 41 ਵਿਦਿਆਰਥੀ ਹਨ। ਠੀਕ ਹੈ, ਇਹਦੇ ਲਈ ਜਿਹੜੀ ਸਹੀ ਆਪਸ਼ਨ ਬਣੇਗੀ ਬੇਟਾ 41 ਬਣੇਗੀ ਦੂਜੀ। ਹੇਠਾਂ ਦਿੱਤੇ ਗਏ ਵੈਨ ਡਾਇਗਰਾਮ ਆ ਜਿਹੜੀ ਵੈਨ ਚਿੱਤਰ ਨੂੰ ਧਿਆਨ ਨਾਲ ਪੜ੍ਹੋ, ਪ੍ਰਸ਼ਨਾਂ ਦੇ ਉੱਤਰ ਦਿਓ। ਜਿਹੜਾ ਸਰਕਲ ਹੈ ਇਹਦੇ ਵਿੱਚ ਚੱਕਰ ਉਹ ਲੜਕੀ ਨੂੰ ਦਰਸਾਉਂਦਾ ਹੈ, ਵਰਗ ਆ ਜਿਹੜਾ ਉਹ ਡਾਕਟਰ ਨੂੰ ਦਰਸਾਉਂਦਾ ਹੈ, ਆਇਤ ਅਧਿਆਪਕ ਨੂੰ ਦਰਸਾਉਂਦਾ, ਜਿਹੜੀ ਤਿਰਭੁਜ ਆ ਉਹ ਇੰਜੀਨੀਅਰ ਨੂੰ ਦਰਸਾਉਂਦੀ ਹੈ। ਠੀਕ ਹੈ ਬੇਟਾ, ਆਪਾਂ ਆਨਸਰ ਦੇਖਣੇ ਆ, ਇਹਦੇ ਬੇਸ 'ਤੇ ਕੁਐਸਚਨ ਨੇ, ਇਹ ਵੀ ਤੁਹਾਨੂੰ ਹਰ ਵਾਰ ਪੇਪਰ ਦੇ ਵਿੱਚ ਆਉਂਦਾ। ਕਿਹੜਾ ਅੰਕ ਲੜਕੀਆਂ ਡਾਕਟਰ ਜਿਹੜੀਆਂ ਅਧਿਆਪਕ ਨਾ ਹੋਣ, ਲੜਕੀਆਂ ਹੋਣ ਅਤੇ ਡਾਕਟਰ ਹੋਣ ਪਰ ਅਧਿਆਪਕ ਨਾ ਹੋਣ। ਠੀਕ ਹੈ, ਲੜਕੀਆਂ ਅਤੇ ਡਾਕਟਰ ਮਤਲਬ ਚੱਕਰ ਦੇ ਵਿੱਚ ਵੀ ਹੋਵੇ, ਵਰਗ ਦੇ ਵਿੱਚ ਵੀ ਹੋਵੇ, ਪਰ ਆਇਤ ਦੇ ਵਿੱਚ ਨਾ ਹੋਵੇ। ਚੱਕਰ ਅਤੇ ਵਰਗ ਦੇ ਵਿੱਚ ਕਿਹੜਾ ਵੀ ਜਿਹੜਾ ਆਇਤ ਦੇ ਵਿੱਚ ਨਹੀਂ ਹੈਗਾ, ਕਿਹੜਾ ਹੈਗਾ 9 ਅੰਕ ਹੈ। ਤਾਂ ਇਹਦੇ ਲਈ ਜਿਹੜੀ ਸਹੀ ਆਪਸ਼ਨ ਬਣੇਗੀ ਕਿਹੜੀ ਬਣੇਗੀ ਬੇਟਾ 9। ਠੀਕ ਹੈ, ਤੀਜੀ ਆਪਸ਼ਨ। ਅੰਕ 8 ਕਿਹਨੂੰ ਦਰਸਾਉਂਦਾ ਹੈ। ਦੇਖੋ ਫਿਰ ਆਪਾਂ ਦੇਖਦੇ ਹਾਂ ਅੰਕ 8 ਆ ਜਿਹੜਾ ਉਹ ਕਿਹਨੂੰ ਦਰਸਾਉਂਦਾ ਹੈ। ਇਹ ਸੀ ਅੰਕ 8 ਕਿਹਨੂੰ ਦਰਸਾਉਂਦਾ ਬੇਟਾ, ਇਹ ਡਾਕਟਰ ਅਤੇ ਅਧਿਆਪਕ ਨੂੰ ਦਰਸਾਉਂਦਾ, ਡਾਕਟਰ ਅਤੇ ਅਧਿਆਪਕ ਨੂੰ ਦਰਸਾਉਂਦਾ। ਦੇਖੋ ਵਰਗ ਦੇ ਵਿੱਚ ਵੀ ਹੈ, ਆਇਤ ਦੇ ਵਿੱਚ ਵੀ ਹੈ, ਇਸ ਕਰਕੇ ਇਹ ਡਾਕਟਰ ਅਤੇ ਅਧਿਆਪਕ ਨੂੰ ਦਰਸਾਉਂਦਾ ਹੈ। ਪਹਿਲੀ ਆਪਸ਼ਨ ਸਹੀ ਬਣ ਜਾਏਗੀ, ਡਾਕਟਰ ਜਿਹੜੇ ਅਧਿਆਪਕ ਵੀ ਹਨ ਉਹਨੂੰ ਅੰਕ 8 ਦਰਸਾਉਂਦਾ ਹੈ। ਅੱਗੇ ਕਿਹੜਾ ਅੰਕ ਲੜਕੀਆਂ ਜਿਹੜੀਆਂ ਅਧਿਆਪਕ ਅਤੇ ਇੰਜੀਨੀਅਰ ਵੀ ਹਨ, ਲੜਕੀਆਂ ਨੇ ਅਧਿਆਪਕ ਨੇ ਅਤੇ ਇੰਜੀਨੀਅਰ ਵੀ ਨੇ, ਠੀਕ ਹੈ, ਉਹਨੂੰ ਦਰਸਾਉਂਦਾ। ਉਹ ਆਪਾਂ ਦੇਖਣਾ ਵੀ ਕਿਹੜਾ ਅਧਿਆਪਕ ਅਤੇ ਇੰਜੀਨੀਅਰ, ਲੜਕੀ ਵੀ ਹੋਣੀ ਚਾਹੀਦੀ ਹੈ, ਅਧਿਆਪਕ ਵੀ ਅਤੇ ਇੰਜੀਨੀਅਰ ਵੀ, ਮਤਲਬ ਸਰਕਲ 'ਚ ਵੀ ਆਉਣਾ ਚਾਹੀਦਾ ਹੈ, ਆਇਤ 'ਚ ਵੀ ਆਉਣਾ ਚਾਹੀਦਾ ਅਤੇ ਤਿਰਭੁਜ 'ਚ ਵੀ ਆਉਣਾ ਚਾਹੀਦਾ ਹੈ। ਕਿਹੜਾ ਅੰਕ ਬਣੂਗਾ ਵੀ 6। ਦੇਖੋ ਆਉਂਦਾ ਨਾ, ਚੱਕਰ ਦੇ ਵਿੱਚ ਵੀ ਆਉਂਦਾ, ਤਿਰਭੁਜ ਦੇ ਵਿੱਚ ਵੀ ਆਉਂਦਾ ਅਤੇ ਅਧਿਆਪਕ ਦੇ ਵਿੱਚ। ਲੜਕੀਆਂ ਅਧਿਆਪਕ ਅਤੇ ਇੰਜੀਨੀਅਰ ਕਿਹੜਾ ਅੰਕ ਆ ਉਹ 6 ਅੰਕ ਹੈ, 6 ਅੰਕ ਦਰਸਾਉਂਦਾ ਹੈ। ਅਤੇ ਇਹਦੇ ਲਈ ਫਿਰ ਦੂਜੀ ਆਪਸ਼ਨ ਆ ਜਿਹੜੀ ਉਹ ਸਹੀ ਬਣ ਜਾਏਗੀ 6। ਉਦੋਂ ਅਗਲਾ ਕੁਐਸਚਨ ਦੇਖੋ ਬੇਟਾ, ਕਿਹੜਾ ਅੰਕ ਲੜਕੀਆਂ ਜਿਹੜੀਆਂ ਅਧਿਆਪਕ ਡਾਕਟਰ ਇੰਜੀਨੀਅਰ ਵੀ ਹਨ ਨੂੰ ਦਰਸਾਉਂਦਾ ਹੈ। ਮਤਲਬ ਹਰੇਕ ਡਾਇਗਰਾਮ ਦੇ ਵਿੱਚ ਕਿਹੜਾ ਅੰਕ ਆਉਂਦਾ। ਠੀਕ ਹੈ, ਚਾਰਾਂ 'ਚ ਆ ਗਿਆ ਨਾ, ਲੜਕੀਆਂ ਵੀ ਹੋਣ, ਅਧਿਆਪਕ ਵੀ ਹੋਣ, ਇੰਜੀਨੀਅਰ ਵੀ ਹੋਣ। ਠੀਕ ਹੈ, ਕਿਹੜਾ ਅੰਕ ਆ ਬੇਟਾ ਉਹ ਦੇਖੋ 7 ਹੈ। ਚੱਕਰ ਦੇ ਵਿੱਚ ਵੀ ਆਉਂਦਾ, ਤਿਰਭੁਜ ਦੇ ਵਿੱਚ ਵੀ ਆਉਂਦਾ, ਵਰਗ ਦੇ ਵਿੱਚ ਵੀ, ਆਇਤ ਦੇ ਵਿੱਚ ਹੀ ਆਉਂਦਾ। ਮਤਲਬ ਲੜਕੀਆਂ ਡਾਕਟਰ ਇੰਜੀਨੀਅਰ ਅਧਿਆਪਕ ਸਭ ਨੂੰ ਦਰਸਾਉਂਦਾ ਹੈ। ਕਿਹੜਾ ਅੰਕ ਹੈ 7 ਹੈ। ਤਾਂ ਇਹਦਾ ਜਿਹੜਾ ਸਹੀ ਆਪਸ਼ਨ ਹੈ ਉਹ ਕਿਹੜਾ ਬਣੇਗਾ, ਪਹਿਲਾ ਬਣੇਗਾ 7। ਅੱਗੇ ਕਿਹੜਾ ਅੰਕ ਡਾਕਟਰ ਅਧਿਆਪਕ ਅਤੇ ਇੰਜੀਨੀਅਰ ਨੂੰ ਦਰਸਾਉਂਦਾ। ਡਾਕਟਰ ਅਧਿਆਪਕ ਅਤੇ ਇੰਜੀਨੀਅਰ, ਡਾਕਟਰ ਹੋਵੇ, ਅਧਿਆਪਕ ਹੋਵੇ ਅਤੇ ਇੰਜੀਨੀਅਰ ਹੋਵੇ, ਲੜਕੀ ਨਾ ਹੋਵੇ। ਠੀਕ ਹੈ, ਡਾਕਟਰ ਅਧਿਆਪਕ ਅਤੇ ਇੰਜੀਨੀਅਰ ਕਿਹੜਾ ਦਰਸਾਉਂਦਾ ਬੇਟਾ 16। ਦੇਖੋ ਇਹ ਵਰਗ ਦੇ ਵਿੱਚ ਵੀ ਆਉਂਦਾ, ਤਿਰਭੁਜ ਦੇ ਵਿੱਚ ਵੀ ਆਉਂਦਾ ਅਤੇ ਆਇਤ ਦੇ ਵਿੱਚ ਵੀ ਆਉਂਦਾ। ਡਾਕਟਰ ਅਧਿਆਪਕ ਅਤੇ ਇੰਜੀਨੀਅਰ ਨੂੰ ਦਰਸਾਉਂਦਾ ਹੈ। ਇਹਦੇ ਲਈ ਸਹੀ ਆਪਸ਼ਨ ਹੈ ਜਿਹੜੀ ਉਹ ਕਿਹੜੀ ਬਣੇਗੀ ਬੇਟਾ ਚੌਥੀ ਆਪਸ਼ਨ ਬਣੇਗੀ ਆਪਣੀ 16। ਅੱਗੇ ਦਿੱਤੇ ਗਏ ਸ਼ਬਦਾਂ ਨੂੰ ਅੰਗਰੇਜ਼ੀ ਵਰਣਮਾਲਾ ਦੇ ਕ੍ਰਮ ਅਨੁਸਾਰ ਕਰੋ। ਉਹ ਸ਼ਬਦ ਚੁਣੋ ਜੋ ਦੂਜੇ ਸਥਾਨ 'ਤੇ ਆਉਂਦਾ ਹੈ। ਠੀਕ ਹੈ, ਆਪਾਂ ਉਹ ਸ਼ਬਦ ਚੁਣਨਾ ਜਿਹੜਾ ਦੂਜੇ ਸਥਾਨ 'ਤੇ ਆਉਂਦਾ ਹੈ। ਦੇਖੋ ਬੇਟਾ ਚੁਣਦੇ ਆਪਾਂ ਕਿਹੜਾ ਆਉਂਦਾ ਦੂਜੇ ਸਥਾਨ 'ਤੇ, ਇਹਨਾਂ ਦੇ ਵਿੱਚੋਂ ਆਹ ਚੌਥੇ ਸਥਾਨ 'ਤੇ ਆ ਜਾਊਗਾ ਕਿਉਂਕਿ ਇਹਦੇ ਵਿੱਚ ਦੂਜਾ ਅੱਖਰ O ਹੈ। ਬਾਕੀ ਦੇ ਵਿੱਚ FA ਹੈ, ਤਾਂ ਫੋਲੋ ਆ ਜਿਹੜਾ ਉਹ ਚੌਥੇ ਸਥਾਨ 'ਤੇ ਆ ਜਾਏਗਾ। ਉਦੋਂ ਬਾਅਦ ਦੇਖੋ ਬੇਟਾ ਜਿਹੜਾ ਫੇਥਫੁਲੀ ਹੈ FA, ਉਦੋਂ ਬਾਅਦ I ਆ ਗਿਆ, ਇਹਨਾਂ ਦੋਵਾਂ ਦੇ ਵਿੱਚ L ਆਉਂਦਾ।
ਤਾਂ ਇਹ ਆ ਜਿਹੜਾ ਫੇਥਫੁਲੀ ਉਹ ਪਹਿਲੇ ਸਥਾਨ 'ਤੇ ਆ ਜਾਏਗਾ। ਅੱਗੇ ਇਹਦੇ ਵਿੱਚ ਦੇਖੋ ਦੂਜਾ ਜਿਹੜਾ ਇਹਦਾ ਅੱਖਰ ਹੈ, ਚੌਥਾ ਅੱਖਰ ਉਹ ਐਲ ਹੈ, ਇਹਦੇ ਵਿੱਚ ਚੌਥਾ ਅੱਖਰ ਐਸ ਹੈ, ਤਾਂ ਇਹ ਤੀਜੇ ਸਥਾਨ 'ਤੇ ਆ ਜਾਏਗਾ। ਇਹ ਇਹਦੇ ਨਾਲੋਂ ਪਹਿਲਾਂ ਆਏਗਾ ਦੂਜੇ ਸਥਾਨ 'ਤੇ ਇਹ ਆਏਗਾ। ਉਹ ਕਹਿੰਦੇ ਆ ਦੂਜੇ ਸਥਾਨ 'ਤੇ ਪੁੱਛਿਆ, ਤਾਂ ਦੂਜੇ ਸਥਾਨ 'ਤੇ ਕਿਹੜਾ ਆਏਗਾ ਬੇਟਾ, ਲਾਸਟ ਆਪਸ਼ਨ ਵਾਲਾ ਵਰਡ ਆ ਜਿਹੜਾ ਉਹ ਦੂਜੇ ਸਥਾਨ 'ਤੇ ਆਏਗਾ। ਠੀਕ ਹੈ, ਉਦੋਂ ਅੱਗੇ ਇਹਨਾਂ ਦੇ ਵਿੱਚੋਂ ਵੀ ਆਪਾਂ ਦੱਸਣਾ ਵੀ ਦੂਜੇ ਸਥਾਨ 'ਤੇ ਕਿਹੜਾ ਆਏਗਾ। ਦੇਖੋ ਬੇਟਾ ਕਿਹੜਾ ਆਏਗਾ, MAG ਇਹਨਾਂ ਦੇ ਵਿੱਚ ਇੱਕੋ ਜਿਹੀ ਆ, ਮਾਰਸ਼ਲ ਹੈ ਚੌਥੇ ਸਥਾਨ 'ਤੇ ਆ ਜਾਏਗਾ ਕਿਉਂਕਿ ਇਹਦੇ ਵਿੱਚ R ਆ ਗਿਆ। ਹੁਣ ਉਦੋਂ ਬਾਅਦ ਪਹਿਲੇ ਸਥਾਨ ਤੇ ਦੇਖੋ ਵੀ ਕਿਹੜਾ ਆਊਗਾ। ਅਗਲਾ ਅੱਖਰ ਦੇਖੋ ਚੌਥਾ, ਇਹਦੇ ਵਿੱਚ ਚੌਥਾ ਅੱਖਰ I ਹੈ, ਇਹਦੇ ਵਿੱਚ ਚੌਥਾ ਅੱਖਰ N ਹੈ, ਇਹਦੇ ਵਿੱਚ ਚੌਥਾ ਅੱਖਰ N। ਠੀਕ ਹੈ, ਤਾਂ I ਤਾਂ ਪਹਿਲਾਂ ਆਉਂਦੀ ਆ, ਪਹਿਲੇ ਸਥਾਨ 'ਤੇ ਆ ਜਾਏਗਾ। ਠੀਕ ਹੈ, ਉਦੋਂ ਬਾਅਦ ਪੰਜਵਾਂ ਅੱਖਰ ਦੇਖੋ, ਇਹਦੇ ਵਿੱਚ ਪੰਜਵਾਂ ਅੱਖਰ ਹੈ ਜਿਹੜਾ ਉਹ E ਹੈ, ਇਹਦੇ ਵਿੱਚ ਪੰਜਵਾਂ ਅੱਖਰ I, ਇਹਦੇ ਵਿੱਚ ਪੰਜਵਾਂ ਅੱਖਰ I ਹੈ, ਸੌਰੀ ਇਹਦੇ ਵਿੱਚ ਪੰਜਵਾਂ ਅੱਖਰ E ਹੈ, ਤਾਂ ਫਿਰ ਇਹ ਦੂਜੇ ਸਥਾਨ 'ਤੇ ਆਏਗਾ ਕਿਉਂਕਿ E ਆ ਜਿਹੜੀ ਉਹ I ਨਾਲੋਂ ਪਹਿਲਾਂ ਆਉਂਦੀ ਹੈ, ਇਸ ਕਰਕੇ ਮੈਗਨੈਟਿਕ ਆ ਜਿਹੜਾ ਉਹ ਦੂਜੇ ਸਥਾਨ 'ਤੇ ਆਏਗਾ, ਇਹ ਤੀਜੇ ਸਥਾਨ 'ਤੇ ਆ ਜਾਏਗਾ। ਠੀਕ ਹੈ, ਆਪਾਂ ਨੂੰ ਦੂਜੇ ਸਥਾਨ 'ਤੇ ਪੁੱਛਿਆ, ਤਾਂ ਇਸ ਕਰਕੇ ਦੂਜੀ ਆਪਸ਼ਨ ਵਾਲਾ ਮੈਗਨੈਟਿਕ ਆ ਜਿਹੜਾ ਉਹ ਦੂਜੇ ਸਥਾਨ 'ਤੇ ਆਏਗਾ। ਨਿਮਨ ਲੜੀ ਵਿੱਚ 5 ਕਿੰਨੇ ਥਾਵਾਂ 'ਤੇ ਸਥਿਤ ਹੈ ਜਿਸ ਵਿੱਚ ਅੰਕ 5 ਤੋਂ ਪਹਿਲਾਂ ਅੰਕ 3 ਜਾਂ 4 ਆਉਂਦਾ ਹੋਵੇ ਪਰੰਤੂ ਬਾਅਦ ਵਿੱਚ 8 ਜਾਂ 9 ਨਾ ਆਉਂਦਾ ਹੋਵੇ। ਠੀਕ ਹੈ, ਇਸ ਟਰੱਕ ਨੂੰ ਧਿਆਨ ਨਾਲ ਪੜ੍ਹਨਾ। ਪਹਿਲਾਂ 3 ਜਾਂ 4 ਆਉਂਦਾ ਹੋਵੇ 5 ਤੋਂ, ਪਰ ਬਾਅਦ ਦੇ ਵਿੱਚ 8 ਜਾਂ 9 ਨਾ ਆਉਂਦਾ ਹੋਵੇ। ਠੀਕ ਹੈ, ਆਪਾਂ ਗਿਣਦੇ ਹਾਂ ਕਿੰਨਾ 5 ਅਜਿਹਾ ਜਿਹਦੇ ਪਹਿਲਾਂ ਤਾਂ 3 ਜਾਂ 4 ਆਉਂਦਾ, ਬਾਅਦ ਦੇ ਵਿੱਚ 8 ਅਤੇ 9 ਨਹੀਂ ਆਉਂਦਾ। ਠੀਕ ਹੈ, ਆਪਾਂ ਗਿਣਦੇ ਹਾਂ। ਦੇਖੋ ਬੇਟਾ ਇੱਕ ਤਾਂ ਹੋ ਗਿਆ, ਇਹਦੇ ਵਿੱਚ 8 ਆਉਂਦਾ ਬਾਅਦ ਦੇ ਵਿੱਚ ਪਰ ਨਹੀਂ ਆਉਣਾ ਚਾਹੀਦਾ, ਤਾਂ ਇਹ ਨਹੀਂ ਗਿਣਿਆ ਜਾਊਗਾ। ਠੀਕ ਹੈ, ਇਹਦੇ ਵਿੱਚ ਇਹ ਗਿਣਿਆ ਜਾਊਗਾ, ਇਹਦੇ ਵਿੱਚ ਪਹਿਲਾਂ 4 ਆਉਂਦਾ ਬਾਅਦ 'ਚ 8 ਜਾਂ 9 ਨਹੀਂ ਆਉਂਦਾ, ਇਹ ਗਿਣਿਆ ਜਾਊਗਾ। ਇਹ ਵੀ ਨਹੀਂ ਗਿਣਿਆ ਜਾਊਗਾ ਕਿਉਂਕਿ ਇਹਦੇ ਵਿੱਚ ਪਹਿਲਾਂ 3 ਤਾਂ ਆਉਂਦਾ ਪਰ ਬਾਅਦ 'ਚ 9 ਵੀ ਆਈ ਜਾਂਦਾ, ਇਹ ਵੀ ਨਹੀਂ ਗਿਣਿਆ ਜਾਊਗਾ। ਠੀਕ ਹੈ, ਤਾਂ ਇੱਕ ਤਾਂ ਆਪਣੇ ਕੋਲ ਇਹ ਗਿਣਿਆ ਗਿਆ, ਉਸ ਤੋਂ ਬਾਅਦ ਇੱਕ ਇਹ ਗਿਣਿਆ ਜਾਊਗਾ, ਪਹਿਲਾਂ 4 ਆਉਂਦਾ ਬਾਅਦ 'ਚ 8 ਜਾਂ 9 ਨਹੀਂ ਆਉਂਦਾ, ਇਹ ਗਿਣਿਆ ਜਾਊਗਾ। ਪਹਿਲਾਂ 3 ਆਉਂਦਾ ਬਾਅਦ 'ਚ 8 ਜਾਂ 9 ਨਹੀਂ ਆਉਂਦਾ, ਅੱਗੇ ਕਿਹੜਾ ਗਿਣਿਆ ਜਾਊਗਾ, ਇਹ ਵੀ ਗਿਣਿਆ ਜਾਊ ਬੇਟਾ। ਪਹਿਲਾਂ 4 ਆਉਂਦਾ ਬਾਅਦ 'ਚ 8 ਜਾਂ 9 ਨਹੀਂ ਆਉਂਦਾ, ਇਹ ਵੀ ਗਿਣਿਆ ਜਾਊ। ਪਹਿਲਾਂ 3 ਆਉਂਦਾ ਬਾਅਦ 'ਚ 8 ਜਾਂ 9 ਨਹੀਂ ਆਉਂਦਾ, ਤਾਂ ਕਿੰਨੇ ਵਾਰੀ ਅਜਿਹਾ 5 ਆਉਂਦਾ, 5 ਵਾਰ ਅਜਿਹਾ 5 ਆਉਂਦਾ ਜਿਹਦੇ ਪਹਿਲਾਂ 3 ਜਾਂ 4 ਆਉਂਦਾ ਪਰ ਬਾਅਦ ਦੇ ਵਿੱਚ 8 ਜਾਂ 9 ਨਹੀਂ ਆਉਂਦਾ। ਕਿਆ ਬੇਟਾ, ਇਹਦੇ ਲਈ ਚੌਥੀ ਆਪਸ਼ਨ ਸਹੀ ਬਣੇਗੀ। ਅੱਗੇ ਹੇਠ ਲਿਖਿਆਂ ਦੀ ਠੀਕ ਤਰਤੀਬ ਦਿਓ ਅਤੇ ਦਿੱਤੇ ਗਏ 4 ਸੰਭਾਵੀ ਉੱਤਰਾਂ ਵਿੱਚੋਂ ਠੀਕ ਤਰਤੀਬ ਵਾਲਾ ਸਮੂਹ ਚੁਣੋ। ਠੀਕ ਹੈ ਬੇਟਾ, ਤਾਂ ਇਹਦੇ ਲਈ ਜਿਹੜੀ ਸਹੀ ਆਪਸ਼ਨ ਹੈ ਤਰਤੀਬ ਜਦੋਂ ਆਪਾਂ ਦੇਵਾਂਗੇ ਦੂਜੀ ਬਣੇਗੀ। ਕਿਵੇਂ ਬਣੇਗੀ ਵੀ ਸਭ ਤੋਂ ਪਹਿਲਾਂ ਜਿਹੜਾ ਆਪਣੇ ਕੋਲ ਜਨਵਰੀ ਦੇ ਵਿੱਚ ਆਉਂਦਾ ਗਣਤੰਤਰ ਦਿਵਸ, ਮਤਲਬ 26 ਜਨਵਰੀ ਆਉਂਦੀ ਹੈ। ਸਭ ਤੋਂ ਪਹਿਲਾਂ ਜਦੋਂ ਆਪਣਾ ਸਾਲ ਸ਼ੁਰੂ ਹੁੰਦਾ ਤਾਂ 26 ਜਨਵਰੀ ਆਉਂਦੀ ਹੈ। ਬਾਅਦ ਦੇ ਵਿੱਚ ਫਰਵਰੀ ਦੇ ਵਿੱਚ ਜਾਂ ਮਾਰਚ ਜਨਵਰੀ ਦੇ ਵਿੱਚ ਫਰਵਰੀ ਮਾਰਚ ਦੇ ਵਿੱਚ ਕੀ ਆਉਂਦੀ ਹੈ ਬੇਟਾ, ਹੋਲੀ ਆ ਜਾਂਦੀ ਹੈ 92 ਵਾਲੀ। ਫਿਰ ਉਸ ਤੋਂ ਬਾਅਦ ਆਜ਼ਾਦੀ ਦਿਵਸ ਆਉਂਦਾ 15 ਅਗਸਤ ਨੂੰ। ਠੀਕ ਹੈ, ਉਸ ਤੋਂ ਬਾਅਦ ਕੀ ਆ ਜਾਂਦਾ, ਆਜ਼ਾਦੀ ਦਿਵਸ 15 ਅਗਸਤ ਨੂੰ ਆ ਜਾਂਦਾ। ਠੀਕ ਹੈ, ਮਤਲਬ ਤੀਜੇ ਸਥਾਨ 'ਤੇ ਆਜ਼ਾਦੀ ਦਿਵਸ ਆ ਜਾਊਗਾ। ਫਿਰ ਦੀਵਾਲੀ ਆਉਂਦੀ ਹੈ ਨਵੰਬਰ ਅਕਤੂਬਰ 'ਚ। ਠੀਕ ਹੈ, ਫਿਰ ਦਸੰਬਰ ਦੇ ਵਿੱਚ ਕੀ ਆ ਜਾਂਦਾ, ਕ੍ਰਿਸਮਸ। ਸਭ ਤੋਂ ਐਂਡ 'ਤੇ ਕ੍ਰਿਸਮਸ ਆਉਂਦੀ ਹੈ, ਤਾਂ ਇਸ ਕਰਕੇ ਇਹਦੇ ਲਈ ਦੂਜੀ ਆਪਸ਼ਨ ਸਹੀ ਬਣੂਗੀ ਜੇ ਆਪਾਂ ਇਹਨੂੰ ਤਰਤੀਬ ਦੇਵਾਂਗੇ ਤਾਂ। ਅਗਲਾ, ਲਾਲ ਰੰਗ ਦੇ ਸਾਹਮਣੇ ਵਾਲੀ ਸਤ੍ਹਾ 'ਤੇ ਕਿਹੜਾ ਰੰਗ ਆਏਗਾ। ਇਹ ਆਪਾਂ ਕੀਤੇ ਹੋਏ ਨੇ, ਕਾਫੀ ਸੌਖੇ ਵੀ ਨੇ। ਦੇਖੋ ਬੇਟਾ, 2 ਸਾਂਝੇ ਨੇ, ਚਿੱਟਾ ਪੀਲਾ। ਜਦੋਂ ਕਿਸੇ ਡਾਈਸ ਦੀਆਂ ਆਪਾਂ ਨੂੰ ਪੋਜੀਸ਼ਨਸ ਦਿੱਤੀਆਂ ਹੋਣ, ਪਾਸੇ ਦੀਆਂ ਸਥਿਤੀਆਂ ਦਿੱਤੀਆਂ ਹੋਣ, ਜੇ 2 ਅੰਕ ਉਹਦੇ ਵਿੱਚ ਸਾਂਝੇ ਆ ਜਾਣ, ਮਤਲਬ 2 ਲਿਖੇ ਹੋਏ ਨੇ ਜਿਵੇਂ ਇੱਥੇ ਵਰਡ ਚਿੱਟਾ ਪੀਲਾ, ਤਾਂ ਜਿਹੜੇ ਬਾਕੀ 2 ਬਚ ਗਏ ਤਾਂ ਉਹ ਇੱਕ ਦੂਜੇ ਦੇ ਕੀ ਹੋਣਗੇ, ਉਲਟ ਸਤ੍ਹਾ 'ਤੇ ਹੋਣਗੇ, ਇੱਕ ਦੂਜੇ ਦੇ ਵਿਪਰੀਤ ਸਤ੍ਹਾ 'ਤੇ ਹੋਣਗੇ। ਮਤਲਬ ਲਾਲ ਦੇ ਉਲਟ ਕਿਹੜਾ ਆਏਗਾ, ਫਿਰ ਕਾਲਾ ਆਏਗਾ। ਆਪਾਂ ਨੂੰ ਇਹੀ ਪੁੱਛਿਆ ਨਾ, ਲਾਲ ਰੰਗ ਦੇ ਸਾਹਮਣੇ ਵਾਲੀ ਸਤ੍ਹਾ 'ਤੇ ਕਿਹੜਾ ਰੰਗ ਆਏਗਾ ਬੇਟਾ, ਕਾਲਾ ਆਏਗਾ। ਠੀਕ ਹੈ, ਅਖੀਰਲੇ ਘਣ ਦੀ ਹੇਠਲੀ ਸਤ੍ਹਾ 'ਤੇ ਕਿਹੜਾ ਅੰਕ ਆਏਗਾ। ਮਤਲਬ 4 ਦੇ ਵਿਪਰੀਤ ਆਪਾਂ ਦੱਸਣਾ ਵੀ ਕਿਹੜਾ ਅੰਕ ਆਏਗਾ। ਉੱਪਰਲੀ ਸਤ੍ਹਾ 'ਤੇ 4 ਆ ਨਾ, ਹੇਠਲੀ ਸਤ੍ਹਾ 'ਤੇ ਆਪਾਂ ਦੱਸਣਾ ਕਿਹੜਾ ਆਏਗਾ।
देखो भी 1 ਤੇ 5 ਤਾਂ ਆ ਨਹੀਂ ਸਕਦੇ ਕਿਉਂਕਿ 1 ਤੇ 5 ਇਹਨਾਂ ਦੇ ਸਾਹਮਣੇ ਪਏ ਨੇ, ਤਾਂ ਚੌਥੀ ਆਪਸ਼ਨ ਇਹਦੇ ਲਈ ਗਲਤ ਹੋ ਜੂ। ਤਾਂ ਇੱਥੇ 2 ਤੇ 5 ਵੀ ਨਹੀਂ ਆ ਸਕਦੇ, ਠੀਕ ਹੈ। ਇੱਥੇ 3 ਤੇ 2 ਵੀ ਨਹੀਂ ਆ ਸਕਦੇ, ਠੀਕ ਹੈ। 3 ਵੀ ਨਹੀਂ ਆ ਸਕਦਾ, 4 ਵੀ ਨਹੀਂ ਆ ਸਕਦਾ ਕਿਉਂਕਿ 4 ਤਾਂ ਉਹ ਉੱਪਰ ਹੀ ਆ ਗਿਆ। ਤਾਂ ਹੁਣ ਕੀ ਆਏਗਾ ਫਿਰ 6 ਆਏਗਾ, ਠੀਕ ਹੈ। ਤਾਂ ਇਹਦੇ ਲਈ ਜਿਹੜੀ ਸਹੀ ਆਪਸ਼ਨ ਬਣੇਗੀ ਉਹ 6 ਬਣੇਗੀ, ਠੀਕ ਹੈ। ਦੂਜੇ ਤਰੀਕੇ ਨਾਲ ਵੀ ਆਪਾਂ ਕਰ ਲੈਂਦੇ ਹਾਂ। ਕੀ ਸਾਂਝਾ ਵੀ ਇਹਨਾਂ ਦੇ ਵਿੱਚੋਂ 4 ਤੇ 2 ਸਾਂਝਾ, ਤਾਂ 3 ਦੇ ਵਿਪਰੀਤ ਕਿਹੜਾ ਆ ਜਾਏਗਾ 5 ਆ ਜਾਏਗਾ, ਠੀਕ ਹੈ। 3 ਦੇ ਵਿਪਰੀਤ 5 ਆ ਜਾਏਗਾ। ਉਸ ਤੋਂ ਬਾਅਦ ਹੋਰ ਆਪਾਂ ਦੇਖਦੇ ਹਾਂ ਵੀ ਕੀ ਸਾਂਝਾ ਅੱਗੇ ਇਹਨਾਂ ਦੇ ਵਿੱਚ 4 ਤੇ 5 ਸਾਂਝਾ, ਇਹਨਾਂ ਦੇ ਵਿੱਚ 4 ਤੇ 5 ਸਾਂਝਾ, ਤਾਂ ਫਿਰ 1 ਦੇ ਵਿਪਰੀਤ ਕਿਹੜਾ ਆ ਜਾਏਗਾ 2। ਹੁਣ ਕਿਹੜੇ ਬਚ ਗਏ ਵੀ 4 ਤੇ 6, ਤਾਂ 4 ਤੇ 6 ਇੱਕ ਦੂਜੇ ਦੇ ਵਿਪਰੀਤ ਆਉਣਗੇ। ਹੁਣ ਆਪਾਂ ਨੂੰ ਪੁੱਛਣਾ ਜੇ ਉੱਪਰ 4 ਆ ਤਾਂ ਨੀਚੇ ਕਿਹੜਾ ਹੋਊਗਾ ਫਿਰ 6 ਹੋਊਗਾ, ਠੀਕ ਹੈ। ਤੀਜੀ ਆਪਸ਼ਨ ਇਸ ਲਈ ਸਹੀ ਬਣੀ। ਦਿੱਤੇ ਗਏ ਸ਼ਬਦਾਂ ਨੂੰ ਸ਼ਬਦਕੋਸ਼ ਦੇ ਅਨੁਸਾਰ ਕਰੋ। ਇੰਗਲਿਸ਼ ਡਿਕਸ਼ਨਰੀ ਦੇ ਅਨੁਸਾਰ ਆਪਾਂ ਇਹਨਾਂ ਨੂੰ ਕਰਨਾ ਵੀ ਸਭ ਤੋਂ ਪਹਿਲਾਂ ਕਿਹੜਾ ਹੈਗਾ। ਪਹਿਲਾਂ ਵਾਲਾ ਲੱਭ ਲੈਂਦੇ ਹਾਂ, ਬਾਕੀ ਤਾਂ ਆਟੋਮੈਟਿਕ ਹੀ ਲੱਗ ਜਾਣਗੇ। ਪਹਿਲਾ ਸਾਰਿਆਂ ਦੇ ਵਿੱਚ ਈ ਹੈ, ਠੀਕ ਹੈ। ਉਦੋਂ ਬਾਅਦ ਵਾਲਾ ਅੱਖਰ ਦੇਖੋ, ਉਦੋਂ ਦੂਜਾ ਅੱਖਰ ਸਾਰਿਆਂ ਦੇ ਵਿੱਚ ਕੀ ਹੈ ਬੇਟਾ ਏ ਹੈ। ਇੱਥੋਂ ਵੀ ਕੋਈ ਕਲੀਅਰ ਨਹੀਂ ਹੁੰਦਾ ਵੀ ਕਿਹੜਾ ਪਹਿਲੇ 'ਤੇ ਆ ਕਿਹੜਾ ਦੂਜੇ 'ਤੇ ਆ। ਉਦੋਂ ਅਗਲਾ ਅੱਖਰ ਦੇਖੋ, ਤੀਜਾ ਅੱਖਰ ਸੀ ਹੈ, ਇਹਦੇ ਵਿੱਚ ਸੀ ਹੈ, ਬਾਕੀਆਂ 'ਚ ਕਿਸੇ 'ਚ ਵੀ ਇਦੋਂ ਪਹਿਲਾ ਅੱਖਰ ਨਹੀਂ ਹੈ। ਮਤਲਬ ਜਿਹੜਾ ਈ ਵਾਲਾ ਅੰਕ ਆ ਉਹ ਸਭ ਤੋਂ ਪਹਿਲਾਂ ਆਏਗਾ। ਤਾਂ ਆਹ ਆਪਸ਼ਨ ਇਹਦੇ ਲਈ ਸਹੀ ਬਣੇਗੀ। ਬਾਕੀਆਂ ਦੇ ਵਿੱਚ ਈ ਤੋਂ ਸ਼ੁਰੂ ਨਹੀਂ ਹੁੰਦਾ, ਬਾਕੀ ਆਟੋਮੈਟਿਕ ਆ ਜੇ ਸ਼ਬਦਕੋਸ਼ ਅਨੁਸਾਰ ਆਪੇ ਲੱਗ ਜਾਣਗੇ, ਠੀਕ ਹੈ। ਇਹਦੇ ਲਈ ਚੌਥੀ ਆਪਸ਼ਨ ਸਹੀ ਹੈ। ਅਗਲਾ ਅੰਕਾਂ ਦਾ ਅਜਿਹਾ ਸਮੂਹ ਚੁਣੋ ਜਿਸ ਅਨੁਸਾਰ ਜੇ ਅੱਖਰਾਂ ਨੂੰ ਤਰਤੀਬ ਦਿੱਤੀ ਜਾਵੇ ਤਾਂ ਕੋਈ ਸਾਰਥਕ ਸ਼ਬਦ ਬਣ ਜਾਵੇ। DIFERND ਇਸ ਤੋਂ ਸਾਰਥਕ ਸ਼ਬਦ ਜਿਹੜਾ ਬਣੂਗਾ ਉਹ ਫਰੈਂਡ ਬਣੂਗਾ। FRIEND। ਕਿਵੇਂ ਸ਼ਬਦ ਦਾ ਕੁਛ ਅਨੁਸਾਰ ਕੀਤਾ ਬੇਟਾ ਆਪਾਂ 3 5 2 4 6 1 ਐਵੇਂ ਜੇ ਆਪਾਂ ਲਾ ਦਈਏ, ਕਿਉਂਕਿ ਐਫ ਆ ਜਿਹੜਾ ਉਹ ਤੀਜੇ 'ਤੇ ਆ, ਦੇਖੋ ਆਰ ਉਹ 5ਵੀਂ 'ਤੇ ਹੈ, ਆਈ ਦੂਜੇ 'ਤੇ ਹੈ, ਈ ਚੌਥੇ 'ਤੇ ਹੈ, ਐਨ 6ਵੇਂ 'ਤੇ ਹੈ, ਅਤੇ ਡੀ ਪਹਿਲੇ 'ਤੇ ਹੈ। 3 5 2 4 6 1 ਜੇ ਆਪਾਂ ਐਵੇਂ ਲਾ ਦਈਏ ਤਾਂ ਇਹਦੇ ਤੋਂ ਸਾਰਥਕ ਸ਼ਬਦ ਫਰੈਂਡ ਬਣ ਜਾਏਗਾ। ਅਗਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਵੀ ਕੀ ਬਣੇਗਾ, ਆਹ ਚਾਰੇ ਆਪਸ਼ਨਾਂ ਭਰ ਕੇ ਦੇਖ ਲਓ, ਇਹਦੇ ਅਨੁਸਾਰ ਵਰਡ ਨੂੰ ਲਾ ਲਓ, ਠੀਕ ਹੈ। ਇਹਦੇ ਅਨੁਸਾਰ ਜਿੰਨੇ ਵੀ ਆਪਾਂ ਨੂੰ ਵਰਡ ਦਿੱਤੇ ਨੇ DIF ਐ ਸਾਰੇ ਲਾ ਲਓ, ਪਤਾ ਲੱਗ ਜਾਏਗਾ ਤੁਹਾਨੂੰ ਕਿਹਦੇ ਲਈ ਸਹੀ ਆਪਸ਼ਨ ਬਣੇਗੀ, ਸਾਰਥਕ ਸ਼ਬਦ ਕਦੋਂ ਬਣ ਜਾਏਗਾ, ਠੀਕ ਹੈ। ਇਹਦੇ ਲਈ ਤੀਜੀ ਆਪਸ਼ਨ ਸਹੀ ਬਣੇਗੀ। ਅੱਗੇ 60ਵਾਂ ਕੁਐਸਚਨ, 1 ਤੋਂ 100 ਤੱਕ ਕਿੰਨੇ ਅਜਿਹੇ ਅੰਕ ਜਾਂ ਸੰਖਿਆਵਾਂ ਹਨ ਜਿਹੜੇ 12 ਨਾਲ ਭਾਗ ਕੀਤੇ ਜਾ ਸਕਦੇ ਆ ਪਰ 36 ਨਾਲ ਭਾਗ ਕੀਤੇ ਨਹੀਂ ਜਾ ਸਕਦੇ। ਮਤਲਬ 12 ਦਾ ਪਹਾੜਾ ਲਿਖ ਲਓ। ਫਿਰ ਆਪਾਂ ਦੇਖਾਂਗੇ ਵੀ ਜਿਹੜੇ 36 ਨਾਲ ਭਾਗ ਨਹੀਂ ਹੋਣੇ ਚਾਹੀਦੇ। 12 ਦੂਣੀ 24, 12 ਤੀਏ 36, 12 ਚੌਕ 48, 12 ਪੰਜ 60, 12 ਛੇ 72, 12 ਸੱਤ 84, 12 ਅੱਠ 96, 12 ਨਾਲ 108 ਉਹ 100 ਤੋਂ ਵੱਧ ਜਾਏਗਾ, ਠੀਕ ਹੈ। ਇਹ ਹੈਗੇ ਜਿਹੜੇ 12 ਨਾਲ ਭਾਗ ਕੀਤੇ ਜਾ ਸਕਦੇ ਆ, ਠੀਕ ਹੈ। ਹੁਣ 36 ਨਾਲ ਭਾਗ ਨਹੀਂ ਕੀਤੇ ਜਾ ਸਕਦੇ, ਮਤਲਬ 36 ਵਾਲਾ ਪਹਾੜਾ ਵਿੱਚੋਂ ਘਟਾਉਣਾ ਪਊ ਆਪਾਂ ਨੂੰ। ਆਹ ਦੋਵੇਂ 36 ਨਾਲ ਭਾਗ ਕੀਤੇ ਜਾ ਸਕਦੇ ਆ, ਇਹ ਵਿੱਚੋਂ ਘਟਾਉਣੇ ਪੈਣਗੇ, ਠੀਕ ਹੈ। ਤਾਂ ਕਿੰਨੇ ਅੰਕ ਬਣਨਗੇ 2 4 ਅਤੇ 2 6 6 ਅੰਕ ਅਜਿਹੇ ਬਣਨਗੇ ਜਿਹੜੇ 12 ਨਾਲ ਤਾਂ ਭਾਗ ਕੀਤੇ ਜਾ ਸਕਦੇ ਆ 1 ਤੋਂ 100 ਤੱਕ, ਪਰ 36 ਨਾਲ ਭਾਗ ਨਹੀਂ ਕੀਤੇ ਜਾ ਸਕਦੇ। ਇਹਦੇ ਲਈ ਪਹਿਲੀ ਆਪਸ਼ਨ 6 ਸਹੀ ਆਏਗੀ, ਠੀਕ ਹੈ ਬੇਟਾ। ਅੱਗੇ ਵਰੁਣ 2 ਕਿਲੋਮੀਟਰ ਦੱਖਣ ਦਿਸ਼ਾ ਵਿੱਚ ਚੱਲਦਾ ਹੈ, ਫਿਰ ਉਹ ਖੱਬੇ ਪਾਸੇ ਮੁੜ ਕੇ 2 ਕਿਲੋਮੀਟਰ ਚੱਲਦਾ ਹੈ, ਫਿਰ ਖੱਬੇ ਪਾਸੇ ਮੁੜ ਕੇ 2 ਕਿਲੋਮੀਟਰ ਚੱਲਦਾ ਹੈ। ਦੱਸੋ ਉਹ ਚੱਲਣ ਵਾਲੀ ਬਿੰਦੂ ਤੋਂ ਕਿਸ ਦਿਸ਼ਾ ਵਿੱਚ ਹੈ। ਦੇਖੋ ਬੇਟਾ ਇੱਧਰ ਉੱਤਰ ਹੈਗਾ, ਇੱਧਰ ਦੱਖਣ, ਇੱਧਰ ਪੂਰਬ ਅਤੇ ਇੱਧਰ ਪੱਛਮ। ਇੱਥੋਂ ਮੰਨ ਕੇ ਚਲੋ ਉਹ ਚੱਲਦਾ 2 ਕਿਲੋਮੀਟਰ ਚੱਲਿਆ ਦੱਖਣ ਵਾਲੇ ਪਾਸੇ, ਠੀਕ ਹੈ। ਫਿਰ ਕਹਿੰਦੇ ਉਹ ਖੱਬੇ ਮੁੜਦਾ, ਖੱਬਾ ਉਹਦਾ ਇੱਧਰਲੇ ਪਾਸੇ ਬਣੂਗਾ, ਇੱਧਰ ਵੀ 2 ਕਿਲੋਮੀਟਰ ਚੱਲਿਆ, ਫਿਰ ਖੱਬੇ ਮੁੜਦਾ, ਕਹਿੰਦੇ 2 ਕਿਲੋਮੀਟਰ ਚੱਲਿਆ, ਠੀਕ ਹੈ। 3 ਵਾਰੀ ਉਹ ਖੱਬੇ ਮੁੜ ਜਾਂਦਾ, ਇੱਕ ਵਾਰੀ ਇੱਥੇ ਮੁੜਿਆ, ਇੱਕ ਵਾਰੀ ਇੱਥੇ ਮੁੜਿਆ, 2 ਵਾਰੀ ਮੁੜ ਗਿਆ। ਦੱਸੋ ਕਹਿੰਦੇ
ਚੱਲਣ ਵਾਲੇ ਬਿੰਦੂ ਤੋਂ ਉਹ ਕਿਸ ਦਿਸ਼ਾ ਵਿੱਚ ਹੈ। ਠੀਕ ਹੈ, ਪਹਿਲਾਂ ਉਹ 2 ਕਿਲੋਮੀਟਰ ਦੱਖਣ ਵੱਲ ਚੱਲਿਆ, ਫਿਰ ਖੱਬੇ ਮੁੜ ਕੇ 2 ਕਿਲੋਮੀਟਰ ਚੱਲਦਾ ਹੈ, ਫਿਰ ਇੱਥੇ ਆ ਕੇ ਫਿਰ ਉਹ ਖੱਬੇ ਮੁੜਦਾ 2 ਕਿਲੋਮੀਟਰ ਚੱਲਦਾ ਹੈ। ਠੀਕ ਹੈ, ਇੱਥੇ ਆ ਜਾਊਗਾ ਕਿਸ ਦਿਸ਼ਾ ਵਿੱਚ ਹੈ ਬੇਟਾ ਹੁਣ ਉਹ, ਇੱਕ ਮਿੰਟ, ਵਰੁਣ 2 ਕਿਲੋਮੀਟਰ ਦੱਖਣ ਦਿਸ਼ਾ ਵਿੱਚ ਚੱਲਦਾ ਹੈ। ਦੁਬਾਰਾ ਦੇਖੋ ਬਣਾ, ਇੱਧਰ ਉੱਤਰ, ਇੱਥੇ ਦੱਖਣ, ਇੱਧਰ ਪੂਰਬ ਅਤੇ ਇੱਥੇ ਪੱਛਮ। ਵਰੁਣ 2 ਕਿਲੋਮੀਟਰ ਦੱਖਣ ਦਿਸ਼ਾ ਵਿੱਚ ਚੱਲਦਾ ਹੈ, ਤਾਂ ਇੱਥੋਂ ਸ਼ੁਰੂ ਕੀਤਾ 2 ਕਿਲੋਮੀਟਰ ਦੱਖਣ ਦਿਸ਼ਾ ਵਿੱਚ ਚੱਲ ਗਿਆ। ਠੀਕ ਹੈ, ਹੁਣ ਉਹ ਖੱਬੇ ਪਾਸੇ ਵੱਲ ਮੁੜ ਕੇ 2 ਕਿਲੋਮੀਟਰ ਚੱਲਦਾ, ਖੱਬੇ ਪਾਸੇ ਵੱਲ ਮੁੜ ਕੇ 2 ਕਿਲੋਮੀਟਰ ਚੱਲ ਗਿਆ। ਉਸ ਤੋਂ ਬਾਅਦ ਫਿਰ ਖੱਬੇ ਮੁੜ ਕੇ 2 ਕਿਲੋਮੀਟਰ ਚੱਲਦਾ, ਫਿਰ ਖੱਬੇ ਮੁੜ ਕੇ 2 ਕਿਲੋਮੀਟਰ ਚੱਲਦਾ, ਇੱਥੇ ਆ ਗਿਆ। ਦੱਸੋ ਉਹ ਚੱਲਣ ਵਾਲੇ ਬਿੰਦੂ ਤੋਂ ਕਿਸ ਦਿਸ਼ਾ ਵਿੱਚ ਹੈ। ਇੱਥੇ ਆ ਗਿਆ ਨਾ, ਚੱਲਿਆ ਕਿੱਥੋਂ ਸੀ, ਇੱਥੇ ਕਿਸ ਦਿਸ਼ਾ ਵਿੱਚ ਹੈ ਬੇਟਾ ਉਹ, ਚੱਲਣ ਵਾਲੇ ਬਿੰਦੂ ਤੋਂ ਪੂਰਬ ਦਿਸ਼ਾ ਵਿੱਚ ਹੈ। ਤਾਂ ਇਹਦੇ ਲਈ ਚੌਥੀ ਆਪਸ਼ਨ ਪੂਰਬ ਸਹੀ ਆਏਗੀ। ਅਗਲਾ ਕੁਐਸਚਨ ਦੇਖੋ ਬੇਟਾ, ਅਗਲਾ ਸ਼ਬਦ ਇੰਡੀਆ ਪੰਜਾਬ ਤੋਂ ਕਿਹੜਾ ਸ਼ਬਦ ਨਹੀਂ ਬਣਾਇਆ ਜਾ ਸਕਦਾ। ਤਾਂ ਕਾਫੀ ਵਾਰ ਆਪਾਂ ਕਰ ਚੁੱਕੇ ਹਾਂ, ਕਿਹੜਾ ਸ਼ਬਦ ਇੰਡੀਆ ਪੰਜਾਬ ਤੋਂ ਨਹੀਂ ਬਣਾਇਆ ਜਾ ਸਕਦਾ ਬੇਟਾ, ਜਿਹਦੇ ਅੰਕ ਇਹਦੇ ਵਿੱਚੋਂ ਨਹੀਂ ਲਏ ਜਾਣਗੇ। ਦੇਖੋ JANAV, JANAV, ਜੇ ਵੀ ਹੈਗਾ, ਏ ਵੀ ਹੈਗਾ, ਐਨ ਵੀ ਹੈਗਾ, AB ਵੀ ਹੈਗਾ, ਸਾਰੇ ਹੈਗੇ ਨਾ, ਇਹ ਬਣਾਇਆ ਜਾ ਸਕਦਾ ਹੈ। ਇਹ ਵੀ JAI ਵੀ ਹੈਗਾ, D ਵੀ ਹੈਗਾ ਇਹਦੇ ਵਿੱਚ, ANA ਇਹ ਵੀ ਹੈਗੇ ਨੇ, ਇਹ ਵੀ ਬਣਾਇਆ ਜਾ ਸਕਦਾ। ਪਬਲਿਕ P ਹੈਗਾ, U ਵੀ ਹੈਗਾ, LPUV ਵੀ ਹੈਗਾ, L ਨਹੀਂ ਹੈਗਾ। ਇੰਡੀਆ ਪੰਜਾਬ ਦੇ ਵਿੱਚ L ਵਰਡ ਨਹੀਂ ਹੈਗਾ, ਤਾਂ ਜਿਹੜਾ ਪਬਲਿਕ ਸ਼ਬਦ ਹੈ ਇਸ ਗਿਵਨ ਇੰਡੀਆ ਪੰਜਾਬ ਤੋਂ ਨਹੀਂ ਬਣਾਇਆ ਜਾ ਸਕਦਾ। ਠੀਕ ਹੈ, ਇਹਦੇ ਲਈ ਤੀਜੀ ਆਪਸ਼ਨ ਸਹੀ ਬਣੇਗੀ। ਠੀਕ ਹੈ, ਉਹ ਕਹਿੰਦੇ ਬਣਾਇਆ ਜਾ ਸਕਦਾ ਜਾਂ ਨਹੀਂ ਬਣਾਇਆ ਜਾ ਸਕਦਾ, ਜੇ ਇਹਨਾਂ ਵਰਡ ਦਾ ਪ੍ਰਯੋਗ ਕਰਕੇ ਬਣਿਆ ਤਾਂ ਬਣਾਇਆ ਜਾ ਸਕਦਾ, ਜੇ ਨਹੀਂ ਬਣਿਆ ਤਾਂ ਬਣਾਇਆ ਨਹੀਂ ਜਾ ਸਕਦਾ। ਇਹਦੇ ਵਿੱਚ ਹੈ ਨਹੀਂ L, ਤਾਂ ਇਸ ਕਰਕੇ ਇਹ ਨਹੀਂ ਬਣਾਇਆ ਜਾ ਸਕਦਾ। ਅਗਲਾ ਕੁਐਸਚਨ, AB ਦਾ ਭਰਾ ਹੈ, AC ਦਾ ਪੁੱਤਰ। A ਅਤੇ B ਦੋਨੋਂ ਭਰਾ ਹੋ ਗਏ, ਕਿਉਂਕਿ AB ਦਾ ਭਰਾ ਹੈ, A ਕਹਿੰਦੇ C ਦਾ ਪੁੱਤਰ ਹੈ। ਜੇ A C ਦਾ ਪੁੱਤਰ ਹੈ ਤਾਂ B ਵੀ C ਦਾ ਪੁੱਤਰ ਹੋ ਗਿਆ, ਕਿਉਂਕਿ ਦੋਨੇ ਭਰਾ ਹੋ ਗਏ ਉਹ। ਠੀਕ ਹੈ, ਇੱਥੇ ਆਪਾਂ ਕਹਿ ਸਕਦੇ ਹਾਂ ਵੀ B ਆ ਜਿਹੜਾ ਉਹ ਵੀ C ਦਾ ਪੁੱਤਰ ਹੈ। ਜਿਹੜਾ D ਆ ਕਹਿੰਦੇ C ਦਾ ਪਿਤਾ ਹੈ। ਜੇ D C ਦਾ ਪਿਤਾ ਹੈ, ਜੇ D ਆ ਜਿਹੜਾ ਉਹ C ਦਾ ਪੁੱਤਰ, ਤਾਂ A ਦਾ ਕੀ ਹੋ ਗਿਆ, ਦਾਦਾ। ਜੇ A ਦਾ ਦਾਦਾ ਤਾਂ B ਦਾ ਵੀ ਦਾਦਾ, ਕਿਉਂਕਿ ਦੋਨੇ ਭਰਾ ਨੇ। ਠੀਕ ਹੈ, ਐਂ ਪੁੱਛ ਰਹੇ ਨੇ, ਕਹਿੰਦੇ B ਦਾ D ਨਾਲ ਕੀ ਰਿਸ਼ਤਾ ਹੈ। D ਆ ਜਿਹੜਾ B ਦਾ ਕੀ ਲੱਗਿਆ ਵੀ ਦਾਦਾ, ਤਾਂ BD ਦਾ ਕੀ ਲੱਗਿਆ, ਪੋਤਰਾ ਲੱਗਿਆ। ਠੀਕ ਹੈ, V ਦਾ D ਨਾਲ ਕੀ ਰਿਸ਼ਤਾ ਵੀ BD ਦਾ ਕੀ ਆ, ਪੋਤਰਾ ਹੈ। ਇਹਦੇ ਲਈ ਦੂਜੀ ਆਪਸ਼ਨ ਸਹੀ ਬਣੇਗੀ। ਇੱਕ ਇਸਤਰੀ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਪੁਰਸ਼ ਨੇ ਕਿਹਾ, ਉਸ ਇਸਤਰੀ ਦਾ ਪਤੀ ਮੇਰੀ ਮਾਤਾ ਦਾ ਇਕਲੌਤਾ ਮੁੰਡਾ ਹੈ। ਮੇਰੀ ਮਾਤਾ ਦਾ ਇਕਲੌਤਾ ਮੁੰਡਾ ਹੈ, ਆਪਣੇ 'ਤੇ ਲਾ ਕੇ ਵੇਖੋ, ਮੇਰੀ ਮਾਤਾ ਦਾ ਇਕਲੌਤਾ ਮੁੰਡਾ ਹੈ, ਮਤਲਬ ਆਪਦੀ ਗੱਲ ਕਰ ਰਿਹਾ ਉਹ, ਉਸ ਇਸਤਰੀ ਦਾ ਪਤੀ। ਠੀਕ ਹੈ, ਉਹ ਉਸ ਕਿਸੇ ਇਸਤਰੀ ਦਾ ਕੀ ਹੈ, ਪਤੀ। ਉਹ ਆਪਦੀ ਗੱਲ ਕਰ ਰਿਹਾ ਨਾ, ਮੇਰੀ ਮਾਤਾ ਦਾ ਇਕਲੌਤਾ ਮੁੰਡਾ, ਇਕਲੌਤਾ ਮੁੰਡਾ ਮਤਲਬ ਉਹਦਾ ਕੋਈ ਭਰਾ ਨਹੀਂ, ਉਹ ਆਪ ਹੀ ਹੈ। ਤਾਂ ਉਹ ਇਸਤਰੀ ਦਾ ਕੀ ਹੈ, ਪਤੀ ਹੈ, ਮਤਲਬ ਉਹ ਇਸਤਰੀ ਉਹਦਾ ਕੀ ਹੈ ਵੀ, ਉਸ ਇਸਤਰੀ ਦਾ ਉਸ ਪੁਰਸ਼ ਨਾਲ ਕੀ ਰਿਸ਼ਤਾ ਹੈ, ਉਹਦੀ ਪਤਨੀ ਹੈ। ਇਹ ਸੀਗੇ ਬੇਟਾ 64 ਤੱਕ ਕੁਐਸਚਨ। ਬਾਕੀ ਜਿਹੜੇ ਕੁਐਸਚਨ ਨੇ ਉਹ ਆਪਾਂ ਅਗਲੇ ਪਾਰਟ ਦੇ ਵਿੱਚ ਡਿਸਕਸ ਕਰਾਂਗੇ। ਉਹਦੇ ਵਿੱਚ ਜਿਹੜੇ ਜ਼ਿਆਦਾਤਰ ਕੁਐਸਚਨ ਆਪਾਂ ਡਿਸਕਸ ਕਰਾਂਗੇ ਉਹ ਨੋਨ ਵਰਬਲ ਰੀਜਨਿੰਗ ਦੇ ਹੋਣਗੇ। ਮੈਨੂੰ ਉਮੀਦ ਆ ਤੁਹਾਨੂੰ ਇਹ ਪਹਿਲਾ ਭਾਗ ਆ ਜਿਹੜਾ ਉਹ ਸਮਝ ਆ ਗਿਆ ਹੋਵੇਗਾ। ਥੈਂਕ ਯੂ ਬੇਟਾ।